ਹੈਲੋ ਬੱਚੇ, ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਇਹ ਵੀਡੀਓ ਮੈਂ ਸਪੈਸ਼ਲੀ ਸਾਡੇ ਐਨਰੋਲਡ ਸਟੂਡੈਂਟਸ ਲਈ ਬਣਾ ਰਿਹਾ ਜਿਹੜੇ ਸਾਡੇ ਨੈਬ ਤਹਿਸੀਲਦਾਰ ਜਾਂ ਪਟਵਾਰੀ ਏਐਸਪੀ ਜਾਂ ਜੋ ਪੰਜਾਬ ਗਵਰਨਮੈਂਟ ਜੌਬਸ ਦਾ ਅੰਬਰੇਲਾ ਕੋਰਸ ਹੈ ਉਹਦੇ 'ਚ ਸਾਡੇ ਨਾਲ ਐਨਰੋਲਡ ਹੈ। ਪਿਛਲੇ 1-2 ਦਿਨਾਂ ਤੋਂ ਜਦੋਂ ਦਾ ਆਪਾਂ ਨੈਬ ਤਹਿਸੀਲਦਾਰ ਦਾ ਕੋਰਸ ਸਟਾਰਟ ਕੀਤਾ, ਕਾਫੀ ਹੀ ਬੱਚਿਆਂ ਦੇ WhatsApp ਤੇ ਡਾਊਟਸ ਵਗੈਰਾ ਆ ਰਹੇ ਹੈ ਕਿ ਸਾਨੂੰ ਵੀਡੀਓਜ਼ ਜਿਹੜੇ ਬੱਚੇ ਪਟਵਾਰੀ 'ਚ ਐਨਰੋਲਡ ਹੈ ਉਹਨਾਂ ਨੂੰ ਨੈਬ ਤਹਿਸੀਲਦਾਰ ਵਾਲੀਆਂ ਵੀਡੀਓਜ਼ ਦਿਖਣਗੀਆਂ ਕਿ ਨਹੀਂ ਦਿਖਣਗੀਆਂ, ਨਹੀਂ ਦਿਖ ਰਹੀਆਂ, 2 ਵੀਡੀਓਜ਼ ਦਿਖ ਰਹੀਆਂ, ਘੱਟ ਦਿਖ ਰਹੀਆਂ। ਤਾਂ ਉਸ ਕੰਟੈਕਸਟ ਜਿਹੜੇ ਤੁਹਾਡੇ ਡਾਊਟਸ ਹੈ WhatsApp ਜਿਹੜੇ ਤੁਸੀਂ ਸਾਨੂੰ ਭੇਜੇ ਹੈ ਉਹਨਾਂ ਦੇ ਬੇਸਿਸ ਤੇ ਹੀ ਉਹ ਡਾਊਟਸ ਦੂਰ ਕਰਨ ਦੇ ਕੰਟੈਕਸਟ 'ਚ ਮੈਂ ਇਹ ਵਾਲੀ ਵੀਡੀਓ ਬਣਾ ਰਿਹਾ। ਦੂਸਰਾ ਜਿਹੜਾ ਮੇਨ ਕੰਸਰਨ ਹੈ ਕਿ ਸਾਡਾ ਸ਼ਡਿਊਲ ਸਾਨੂੰ ਦੱਸ ਦਿੱਤਾ ਜਾਵੇ ਕਿ ਸਾਡੇ ਕਿਹੜੇ ਕੰਪੋਨੈਂਟ ਸਾਡੇ ਸਿਲੇਬਸ ਦਾ ਪਾਰਟ ਹੈ, ਕਿਹੜੀਆਂ ਵੀਡੀਓਜ਼ ਅਸੀਂ ਕਦੋਂ ਦੇਖਣੀ ਹੈ, ਕਦੋਂ ਸਾਨੂੰ ਡਿਲੀਵਰ ਕੀਤੀਆਂ ਜਾਣਗੀਆਂ, ਸਾਡਾ ਜੀਕੇ ਕਦੋਂ ਖਤਮ ਹੋ ਜਾਊਗਾ, ਸਾਡੀ ਇੰਗਲਿਸ਼ ਕਲਾਸਿਸ ਕਦੋਂ ਆਉਣਗੀਆਂ। ਇਹਦਾ ਸਾਨੂੰ ਇੱਕ ਸ਼ਡਿਊਲ ਪ੍ਰੋਵਾਈਡ ਕੀਤਾ ਜਾਣਾ ਚਾਹੀਦਾ। ਬਿਲਕੁਲ ਜੈਨੂਇਨ ਜੀ ਗੱਲ ਹੈ ਐਂਡ ਉਸੇ ਕੰਟੈਕਸਟ ਸ਼ਡਿਊਲ ਸਾਡੇ ਕੋਲ ਸੀਗਾ। ਅਸੀਂ ਉਹੀ ਸ਼ਡਿਊਲ ਤੁਹਾਡੇ ਨਾਲ ਸ਼ੇਅਰ ਕਰਨ ਲਈ ਵੀ ਇਹ ਮੈਂ ਤੁਹਾਡੇ ਸਾਹਮਣੇ ਆਇਆ। ਤਾਂ ਦੋਨੋਂ ਹੀ ਚੀਜ਼ਾਂ ਮੈਂ ਐਡਰੈਸ ਕਰੂੰਗਾ 1 by 1। ਮੈਂ ਕੋਰਸ ਵਾਈਜ਼ ਚੱਲੂੰਗਾ। ਪਹਿਲਾਂ ਮੈਂ ਨੈਬ ਤਹਿਸੀਲਦਾਰ ਵਾਲੇ ਬੱਚਿਆਂ ਨਾਲ ਗੱਲ ਕਰੂੰਗਾ, ਦੈਨ ਜਿਹੜੇ ਪਟਵਾਰੀ 'ਚ ਆਲਰੇਡੀ ਪਟਵਾਰੀ ਜਾਂ ਅੰਬਰੇਲਾ ਜਿਹੜਾ ਪੰਜਾਬ ਗਵਰਨਮੈਂਟ ਜੌਬਸ ਵਾਲਾ ਸਾਡਾ ਕੋਰਸ ਹੈ ਉਹਦੇ 'ਚ ਜੋ ਆਲਰੇਡੀ ਐਨਰੋਲਡ ਹੈ ਸਾਡੇ ਨਾਲ ਬੱਚੇ, ਉਹਨਾਂ ਨਾਲ ਮੈਂ ਗੱਲ ਕਰੂੰਗਾ। ਤਾਂ ਹਾਂਜੀ, ਹੁਣ ਸੁਣੋ ਬੱਚੇ, ਜਿਹੜੇ ਤਾਂ ਨੈਬ ਤਹਿਸੀਲਦਾਰ ਕੋਰਸ 'ਚ ਓਨਲੀ ਨੈਬ ਤਹਿਸੀਲਦਾਰ ਕੋਰਸ 'ਚ ਸਾਡੇ ਨਾਲ ਐਨਰੋਲਡ ਹੈ, ਸਭ ਤੋਂ ਪਹਿਲਾਂ ਤਾਂ ਸਿਲੇਬਸ ਦੀ ਕਲੈਰਿਟੀ। ਮੈਂ ਆਲਰੇਡੀ ਤੁਹਾਡੇ ਨਾਲ ਨੋਟੀਫਿਕੇਸ਼ਨ ਵਾਲੀ ਵੀਡੀਓ 'ਚ ਡਿਸਕਸ ਕੀਤਾ ਸੀਗਾ ਸਿਲੇਬਸ। ਚੇਤਨ ਸਰ ਨੇ ਵੀ ਫਿਰ ਇੱਕ ਵੀਡੀਓ ਬਣਾਈ ਜਿਸ 'ਚ ਉਹਨਾਂ ਨੇ ਕੋਰਸ ਐਕਸਪਲੇਨ ਕੀਤਾ ਸੀ। ਉਸ 'ਚ ਵੀ ਉਹਨਾਂ ਨੇ ਤੁਹਾਨੂੰ ਜੋ ਉਹਨਾਂ ਨੇ ਨੋਟੀਫਿਕੇਸ਼ਨ 'ਚ PPSC ਨੇ ਆਪਣੀ ਨੈਬ ਤਹਿਸੀਲਦਾਰ ਦੀ ਨੋਟੀਫਿਕੇਸ਼ਨ 'ਚ ਸਿਲੇਬਸ ਮੈਂਸ਼ਨ ਕੀਤਾ, ਉਹ 2 ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀਆਂ। ਇੱਕ ਤਾਂ ਲੌਜੀਕਲ ਰੀਜ਼ਨਿੰਗ ਮੈਂਟਲ ਐਬਿਲਿਟੀ, ਜਿਹਦੇ ਉਹ ਕਹਿੰਦੇ ਆ 40 ਕੁਐਸਚਨ ਆਉਣਗੇ, 2.5 ਮਾਰਕਸ ਦਾ ਇੱਕ ਕੁਐਸਚਨ। ਦੂਸਰਾ ਉਹਨਾਂ ਨੇ ਮੈਂਸ਼ਨ ਕੀਤਾ ਜਨਰਲ ਨੌਲੇਜ, ਜਨਰਲ ਅਵੇਅਰਨੈਸ ਪਲੱਸ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ, ਜਿਸ 'ਚ 80 ਕੁਐਸਚਨ ਆਉਣਗੇ। ਤਾਂ ਇਹ 120 ਕੁਐਸਚਨਸ ਦਾ ਉਹਨਾਂ ਨੇ ਇਸ ਤਰ੍ਹਾਂ ਬ੍ਰੇਕਅਪ ਦਿੱਤਾ। ਬਟ ਜਿਵੇਂ ਚੇਤਨ ਸਰ ਤੁਹਾਡੇ ਨਾਲ ਗੱਲ ਕਰਕੇ ਗਏ ਹੈ ਕਿ ਜੇ ਨੈਬ ਤਹਿਸੀਲਦਾਰ ਦੇ ਪੇਪਰ 'ਚ ਉਹ ਜੇ 2 ਕੁਐਸਚਨ ਰੈਵਨਿਊ ਐਕਟ ਤੋਂ ਪੁੱਛ ਲੈਂਦੇ ਆ, ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਤਾਂ ਆਊਟ ਆਫ ਸਿਲੇਬਸ ਕੁਐਸਚਨ ਪੁੱਛ ਲਿਆ। ਆਪਾਂ ਹੁਣ ਨੈਬ ਤਹਿਸੀਲਦਾਰ ਦਾ ਪੇਪਰ ਦੇਣਾ ਤਾਂ ਆਪਾਂ ਨੂੰ ਰੈਵਨਿਊ ਐਕਟ ਬਾਰੇ ਤਾਂ ਥੋੜ੍ਹੀ ਬਹੁਤ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਇੱਦਾਂ ਦੀਆਂ ਵੀ ਜਿਹੜੀਆਂ ਪੈਰੀਫਰਲ ਜਿਹੜੇ ਆਕਸੀਲਰੀ ਟੌਪਿਕਸ 'ਚ ਕੁਐਸਚਨ ਆ ਸਕਦੇ ਆ, ਆਪਾਂ ਇਸ ਕੋਰਸ 'ਚ ਕਵਰ ਕਰਾਂਗੇ। ਆਪਣਾ ਡੋਮੇਨ ਹੈ ਤਾਂ ਆਪਾਂ ਨੂੰ ਮੈਂਟਲ ਐਬਿਲਿਟੀ, ਰੀਜ਼ਨਿੰਗ, ਮੈਥਸ, ਇਸ 'ਤੇ ਆਪਾਂ ਜ਼ੋਰ ਦੇਣਾ। 40 ਕੁਐਸਚਨ ਆਉਣੇ ਆ ਇਸ 'ਚੋਂ। ਫਿਰ ਆਪਾਂ ਜੀਕੇ 'ਤੇ ਜ਼ੋਰ ਦੇਣਾ, ਜਿਹੜਾ ਆਪਣਾ ਸਟੈਟਿਕ ਜੀਕੇ ਪਲੱਸ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਜੋ ਉਹਨਾਂ ਨੇ ਸਿਲੇਬਸ 'ਚ ਮੈਂਸ਼ਨ ਕੀਤਾ। ਦੈਨ ਕੁਝ ਪੈਰੀਫਰਲ ਗੱਲਾਂ, ਇਹ ਤਿੰਨੇ ਚੀਜ਼ਾਂ ਆਪਾਂ ਨੈਬ ਤਹਿਸੀਲਦਾਰ ਵਾਲੇ ਕੋਰਸ 'ਚ ਕਵਰ ਕਰਾਂਗੇ। ਇਹ ਤੁਹਾਡਾ ਸਿਲੇਬਸ ਹੈ। ਹੁਣ ਸਵਾਲ ਪੈਦਾ ਹੁੰਦਾ ਇਹ ਆਪਾਂ ਚੀਜ਼ਾਂ ਕਿੱਦਾਂ ਕਵਰ ਕਰਾਂਗੇ। ਹੁਣ ਇਸ ਕੰਟੈਕਸਟ 'ਚ ਸਿਲੇਬਸ ਦੀ ਉਸ 'ਤੇ ਡਿਸਕ੍ਰਿਪਸ਼ਨ ਸ਼ਡਿਊਲ 'ਤੇ ਮੈਂ ਹੁਣੇ ਆਉਣਾ। ਪਹਿਲਾਂ ਜਿਹੜੇ ਕੁਝ ਬੱਚੇ ਕਹਿ ਰਹੇ ਕਿ ਅਸੀਂ ਲੌਗਇਨ ਕਰ ਲਿਆ, ਸਾਨੂੰ ਕੁਝ ਵੀਡੀਓਜ਼ ਨਜ਼ਰ ਨਹੀਂ ਆ ਰਹੀਆਂ। ਬੱਚੇ, ਨੈਬ ਤਹਿਸੀਲਦਾਰ ਦਾ ਕੋਰਸ ਕੱਲ੍ਹ ਹੀ ਸਟਾਰਟ ਹੋਇਆ। ਕੱਲ੍ਹ ਤੋਂ ਹੀ ਅਸੀਂ ਇੱਕ ਕਰਕੇ ਵੀਡੀਓਜ਼ ਪਾਉਣੀਆਂ ਇਸ 'ਤੇ ਸਟਾਰਟ ਕੀਤੀਆਂ। ਐਂਡ ਤੁਹਾਨੂੰ ਜਦੋਂ ਤੁਸੀਂ ਲੌਗਇਨ ਕਰੋਗੇ, ਜੇ ਤੁਸੀਂ ਨਿਊ ਸਾਈਨ ਅਪ ਕੀਤਾ, ਪਹਿਲਾਂ ਤਾਂ ਇੱਕ ਜਨਰਲ ਜੀ ਗੱਲ, ਤੁਸੀਂ CBL ਨਾਲ ਐਸੋਸੀਏਟਡ ਹੋ, ਹੋਰ ਵੀ ਸਾਡੇ ਮਲਟੀਪਲ ਕੋਰਸਿਸ ਦੇਖ ਰਹੇ ਹੋ, ਇੱਕ ਗੱਲ ਤੁਸੀਂ ਧਿਆਨ 'ਚ ਰੱਖਣੀ ਹੈ, ਇੱਕ ID ਪਾਸਵਰਡ ਇੱਕ ਕੋਰਸ ਲਈ ਹੀ ਵੈਲਿਡ ਹੈ। ਮੰਨ ਲਓ ਮੈਂ 5 ਕੋਰਸਿਸ 'ਚ ਰਜਿਸਟਰਡ ਹਾਂ, ਮੈਂ UPSC ਦਾ ਕਰੰਟ ਅਫੇਅਰ ਵੀ ਕਰ ਰਿਹਾ, ਮੈਂ PCS ਫ੍ਰੀ ਕੋਰਸ ਵੀ ਕਰ ਰਿਹਾ, ਮੈਂ ਪਟਵਾਰੀ ਵਾਲਾ ਕੋਰਸ ਵੀ ਕਰ ਰਿਹਾ, ਮੈਂ PCS ਦੀ ਆਫਲਾਈਨ ਟੈਸਟ ਸੀਰੀਜ਼ ਵੀ ਲੈ ਲਈ ਹੈ। ਮੈਂ 4 ਕੋਰਸਿਸ 'ਚ CBL ਨਾਲ ਐਨਰੋਲਡ ਹਾਂ, CBL ਨਾਲ ਐਸੋਸੀਏਟਡ ਹੈ। ਤਾਂ ਮੇਰੀ 4 ਡਿਫਰੈਂਟ ਲੌਗਇਨ ID ਪਾਸਵਰਡ ਹੋਣਗੇ। ਨੈਬ ਤਹਿਸੀਲਦਾਰ ਵਾਲਾ ਪਾਸਵਰਡ ਮੈਂ ਉੱਥੇ ਉਸ ਕੋਰਸ ਨੂੰ ਐਕਸੈਸ ਕਰਨ ਲਈ ਯੂਜ਼ ਕਰੂੰਗਾ। ਜਦੋਂ ਮੈਂ UPSC ਦੇ ਕਰੰਟ ਅਫੇਅਰ ਕਰਨੇ ਹੋਣਗੇ ਉਹ UPSC ਵਾਲਾ ID ਪਾਸਵਰਡ ਨਾਲ ਲੌਗਇਨ ਕਰੂੰਗਾ। ਸੇਮ ਪਾਸਵਰਡ ਹਰ ਕੋਰਸ ਲਈ ਵੈਲਿਡ ਨਹੀਂ ਹੈਗਾ। ਤਾਂ ਜਦੋਂ ਤੁਸੀਂ ਨੈਬ ਤਹਿਸੀਲਦਾਰ ਵਾਲੇ ID ਪਾਸਵਰਡ ਨਾਲ ਲੌਗਇਨ ਕਰੋਗੇ ਤਾਂ ਕੁਝ ਇਸ ਤਰ੍ਹਾਂ ਦੀ ਹੋਮ ਸਕਰੀਨ ਤੁਹਾਨੂੰ ਨਜ਼ਰ ਆਊਗੀ। ਉੱਪਰ ਸਲਾਈਡਰ ਚੱਲ ਰਿਹਾ ਐਂਡ ਦੈਨ ਇਹ ਵੀਡੀਓਜ਼ ਦਾ ਤੁਹਾਨੂੰ ਕੰਟੈਂਟ ਹੈ ਇੱਥੇ ਮਿਲੂਗਾ। ਹਾਲੇ ਕਿਉਂਕਿ ਅਸੀਂ ਕੱਲ੍ਹ ਤੋਂ ਹੀ ਵੀਡੀਓਜ਼ ਪਾਉਣੀਆਂ ਸਟਾਰਟ ਕੀਤੀਆਂ ਨੈਬ ਤਹਿਸੀਲਦਾਰ ਵਾਲੇ ਕੋਰਸ 'ਚ, ਤਾਂ ਬਿਲਕੁਲ ਹਜੇ ਇੱਥੇ GK ਵਾਲੀ ਪਲੇਲਿਸਟ 'ਚ ਹਜੇ 4 ਵੀਡੀਓਜ਼ ਹੀ ਨਜ਼ਰ ਆ ਰਹੀਆਂ। ਇਹ ਵੀ 2 ਅਸੀਂ ਅੱਜ ਪਾਈਆਂ। ਕੱਲ੍ਹ ਤੱਕ ਜੇ ਤੁਸੀਂ ਲੌਗਇਨ ਕੀਤਾ ਹੁੰਦਾ ਤਾਂ ਤੁਹਾਨੂੰ 2 ਵੀਡੀਓਜ਼ ਹੀ ਨਜ਼ਰ ਆਉਣੀਆਂ ਸੀ। ਮੈਂਟਲ ਐਬਿਲਿਟੀ ਦੀਆਂ 2 ਵੀਡੀਓਜ਼ ਤੁਹਾਨੂੰ ਨਜ਼ਰ ਆਉਣਗੀਆਂ ਕਿਉਂਕਿ 2 ਹੀ ਵੀਡੀਓਜ਼ ਹਜੇ ਅਸੀਂ ਪਾਈਆਂ। ਇਹ ਇੱਕ ਕੱਲ੍ਹ ਪਾਈ ਸੀਗੀ, ਇਹ ਅੱਜ ਵੀਡੀਓ ਅਸੀਂ ਅਪਲੋਡ ਕੀਤੀ ਹੈ। ਇਸ ਤਰ੍ਹਾਂ ਜਿਵੇਂ ਜਿਵੇਂ ਕੋਰਸ ਪ੍ਰੋਸੀਡ ਕਰੂਗਾ ਹੋਰ ਵੀਡੀਓਜ਼ ਅਸੀਂ ਅਪਲੋਡ ਕਰਦੇ ਰਵਾਂਗੇ।
ਤੇ ਇਹ ਤਾਂ ਇਸ ਗੱਲ 'ਚ ਮੈਨੂੰ ਨਹੀਂ ਲੱਗਦਾ ਕੋਈ ਤੁਹਾਨੂੰ ਸ਼ੱਕ ਹੋਣਾ ਚਾਹੀਦਾ ਕਿ 2 ਵੀਡੀਓਜ਼ ਹੀ ਕਿਉਂ ਨਜ਼ਰ ਆ ਰਹੀਆਂ, ਕਿਉਂਕਿ ਕੋਰਸ ਦੀ ਗੱਲ ਸਟਾਰਟ ਹੋਇਆ, ਜਿਵੇਂ ਜਿਵੇਂ ਕੋਰਸ ਪ੍ਰੋਸੀਡ ਕਰੂਗਾ ਹੋਰ ਵੀਡੀਓਜ਼ ਐਡ ਕਰਦੇ ਰਵਾਂਗੇ। ਹੁਣ ਜਿਹੜਾ ਮੇਨ ਕੁਐਸਚਨ ਹੈ ਜਿਹਦੇ ਉੱਤੇ ਆਪਣੀ ਤਿਆਰੀ ਖੜੀ ਹੋਈ ਹੈ ਕਿ ਆਪਣਾ ਸ਼ਡਿਊਲ ਆਫ ਕਲਾਸਿਸ ਕੀ ਹੈ, ਕਿਸ ਤਰ੍ਹਾਂ ਜਿਹੜਾ ਸਰ ਸਿਲੇਬਸ ਤਾਂ ਆਪਾਂ ਡਿਸਕਸ ਕਰ ਲਿਆ, ਹੁਣ ਇਹ ਸਿਲੇਬਸ ਆਪਾਂ ਡਿਲੀਵਰ ਕਿਵੇਂ ਕਰਨਾ ਹੈ। ਇਸ ਕੰਟੈਕਸਟ 'ਚ ਆ ਬੱਚੇ ਤੁਹਾਡਾ ਸ਼ਡਿਊਲ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਹੈ। ਸਿਰਫ ਨੈਬ ਤਹਿਸੀਲਦਾਰ ਵਾਲੇ ਬੱਚਿਆਂ ਨਾਲ ਹਜੇ ਮੈਂ ਗੱਲ ਕਰ ਰਿਹਾ ਹਾਂ। ਮੈਂ ਤੁਹਾਨੂੰ ਦੱਸਿਆ ਕਿ ਜੀਕੇ ਪਲੱਸ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਦੇ ਕਰੰਟ ਅਫੇਅਰਸ ਐਂਡ ਮੈਂਟਲ ਐਬਿਲਿਟੀ ਵਾਲਾ ਐਂਡ ਕੁਆਂਟ ਵਾਲਾ ਜਿਹੜਾ ਪੋਰਸ਼ਨ ਹੈ ਉਹ ਆਪਾਂ ਆਪਣੇ ਸਿਲੇਬਸ ਦਾ ਪਾਰਟ ਰਹੂਗਾ। ਹੁਣ ਇੱਥੇ ਇੱਕ ਚੀਜ਼ ਹੋਰ ਵੀ ਹੈ, ਸਿਲੇਬਸ ਇੰਨਾ ਜ਼ਿਆਦਾ ਹੈ, ਮੰਨ ਲਓ ਸਾਰੀ ਅਸੀਂ ਜੀਕੇ ਕਵਰ ਕਰਨੀ ਹੈ, ਹਿਸਟਰੀ ਵੀ ਕਰਨੀ ਹੈ, ਉਸ 'ਚ ਪੋਲਿਟੀ ਵੀ ਕਰਨੀ ਹੈ, ਉਸ 'ਚ ਇਕੋਨਮੀ ਵੀ ਕਰਨੀ ਹੈ, ਜੋਗ੍ਰਾਫੀ ਵੀ ਕਰਨੀ ਹੈ, ਕਰੰਟ ਅਫੇਅਰਸ ਵੀ ਕਰਨੇ ਹੈ, ਸਾਇੰਸ ਵੀ ਕਰਨੀ ਹੈ, ਦੈਨ ਸਾਰੀ ਰੀਜ਼ਨਿੰਗ ਕਰਨੀ ਹੈ, ਡਾਇਰੈਕਸ਼ਨ, ਸਿਲੋਜਿਜ਼ਮਸ ਐਂਡ ਜਿਹੜੇ ਬਲੱਡ ਰਿਲੇਸ਼ਨਸ, ਇੰਨੇ ਸਾਰੇ ਟੌਪਿਕਸ ਹੁੰਦੇ ਆ। ਹੁਣ ਆਹ ਸਾਰਾ ਸਿਲੇਬਸ ਜੇ ਆਪਾਂ ਕਰਨਾ ਹੈ, ਪੇਪਰ ਉਹ ਕਹਿ ਰਹੇ ਹੈ ਕਿ ਅਸੀਂ ਲੈਣਾ ਹੈ ਫੈਬਰਵਰੀ 'ਚ, ਇੰਨਾ ਘੱਟ ਟਾਈਮ, 1.5 ਮਹੀਨੇ ਦਾ 2 ਮਹੀਨੇ ਦਾ ਟਾਈਮ ਹੈ, ਤਾਂ ਆਪਾਂ ਨੂੰ ਕਲਾਸਿਸ ਥੋੜ੍ਹੀਆਂ ਜਿਹਾ ਜ਼ਿਆਦਾ ਲਗਾਉਣੀਆਂ ਪੈਣਗੀਆਂ, ਥੋੜੀ ਐਕਸਲਰੇਟਡ ਪੇਸ ਤੇ ਕਰਨਾ ਪਊਗਾ। ਜ਼ਿਆਦਾ ਕਲਾਸਿਸ ਆਪਾਂ ਦਵਾਂਗੇ, ਅਸੀਂ ਤੁਹਾਨੂੰ ਦਵਾਂਗੇ, ਤੁਸੀਂ ਅਟੈਂਡ ਕਰੋਗੇ ਤਾਂ ਹੀ ਇਸ ਗਿਵਨ ਟਾਈਮ ਫਰੇਮ 'ਚ ਆਪਾਂ ਸਿਲੇਬਸ ਕੰਪਲੀਟ ਕਰ ਪਾਵਾਂਗੇ। ਤਾਂ ਉਸ ਕੰਟੈਕਸਟ 'ਚ ਅਸੀਂ ਡਿਸਾਈਡ ਕੀਤਾ ਕਿ ਡੇਲੀ ਜੀਕੇ ਦਾ ਸਿਲੇਬਸ ਪੂਰਾ ਕਰਵਾਉਣ ਲਈ ਡੇਲੀ 2 ਜੀਕੇ ਦੀਆਂ ਕਲਾਸਿਸ, 2 ਜੀਕੇ ਦੀਆਂ ਪਲੇਲਿਸਟ ਤੁਹਾਡੇ ਨਾਲ ਅਸੀਂ ਪੈਰਲਲੀ ਸਟਾਰਟ ਕਰਾਂਗੇ। ਸਿਰਫ ਜੀਕੇ ਦੀ ਮੈਂ ਗੱਲ ਕਰ ਰਿਹਾ। ਸਿਲੇਬਸ ਨੂੰ ਆਪਾਂ 3-4 ਪਾਰਟਸ 'ਚ ਡਿਵਾਈਡ ਕਰ ਸਕਦੇ ਹਾਂ, ਜੀਕੇ, ਕਰੰਟ ਅਫੇਅਰਸ, ਰੀਜ਼ਨਿੰਗ, ਕੁਆਂਟ ਪਲੱਸ ਪੈਰੀਫਰਲ ਟੌਪਿਕ, ਲੈਂਗੁਏजेस ਵੀ ਥੋੜੀ ਬਹੁਤ ਜੇ ਤੁਸੀਂ ਦੇਖਣਾ ਚਾਹੋ ਦੇਖ ਸਕਦੇ ਹੋ, ਹਾਲਾਂਕਿ ਉਹਨਾਂ ਨੇ ਸਿਲੇਬਸ 'ਚ ਮੈਂਸ਼ਨ ਨਹੀਂ ਹੈ, ਇਸ ਕਰਕੇ ਲੋ ਪ੍ਰਾਇੋਰਟੀ ਤੇ ਲੈਂਗੁਏजेस ਵੀ ਤੁਸੀਂ ਥੋੜੀਆਂ ਦੇਖ ਸਕਦੇ ਹੋ ਕਿਉਂਕਿ ਹੋਰ ਸਾਰੇ ਪੇਪਰਾਂ 'ਚ ਕੰਮ ਆਉਂਦੀਆਂ। ਜੀਕੇ ਧਿਆਨ ਰੱਖਣਾ, ਹੁਣ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ, ਹਾਲਾਂਕਿ ਇਹ ਜਿਹੜਾ ਸ਼ਡਿਊਲ ਹੈ ਇਹਦਾ PDF ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਜਾਂ ਪਿੰਡ ਕਮੈਂਟਸ 'ਚ ਮਿਲ ਜੂਗਾ, ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਣੇ ਲਈ, ਆਪਣੇ ਫਿਊਚਰ ਰੈਫਰੈਂਸ ਲਈ। ਬਟ ਅਦਰਵਾਈਜ਼ ਆਪਣੇ ਮੈਂਟਲ ਕਲੈਰਿਟੀ ਵੀ ਹੋਣੀ ਚਾਹੀਦੀ ਹੈ। ਜੀਕੇ, ਕਰੰਟ ਅਫੇਅਰਸ, ਰੀਜ਼ਨਿੰਗ, ਕੁਆਂਟ ਐਂਡ ਲੈਂਗੁਏजेस ਐਂਡ ਮਿਸਲੇਨੀਅਸ ਟੌਪਿਕਸ। ਹੁਣ ਐਜ਼ ਫਾਰ ਐਜ਼ ਜੀਕੇ ਇਜ਼ ਕੰਸਰਨਡ, 2 ਪਲੇਲਿਸਟ ਤੁਹਾਡੀਆਂ ਡੇਲੀ ਆਇਆ ਕਰਨਗੀਆਂ, ਤੁਹਾਨੂੰ ਐਕਸੈਸਿਬਲ ਹੋਣਗੀਆਂ। ਪਲੇਲਿਸਟ 1, ਪਲੇਲਿਸਟ 2। ਟਾਈਮਿੰਗਸ ਅਗੇਨ, ਟਾਈਮਿੰਗਸ ਆਪਾਂ ਨੂੰ ਪਤਾ, ਹੁਣ ਬੱਚੇ ਪੁੱਛ ਵੀ ਰਹੇ ਹਨ, ਟਾਈਮਿੰਗ ਜੈਨੂਇਨ ਜੀ ਗੱਲ ਹੈ, ਪਤਾ ਵੀ ਹੋਣੀ ਚਾਹੀਦੀ ਹੈ ਵੀ ਕਿਹੜੀ ਵੀਡੀਓ ਸਾਨੂੰ ਕਦੋਂ ਮਿਲੂਗੀ, ਕਿਹੜਾ ਲੈਕਚਰ ਸਾਨੂੰ ਕਦੋਂ ਮਿਲੂਗਾ। ਜਿਹੜੀ ਜੀਕੇ ਦੀ ਪਹਿਲੀ ਪਲੇਲਿਸਟ ਹੈ ਚੇਤਨ ਸਰ ਜਿਸ 'ਚ ਪੋਲਿਟੀ ਕਰਵਾ ਰਹੇ ਆ ਹੁਣ, ਉਹ ਪਲੇਲਿਸਟ ਤੁਹਾਨੂੰ ਸ਼ਾਮ ਨੂੰ 7 ਵਜੇ ਇਟ ਵਿਲ ਬੀ ਐਕਸੈਸਿਬਲ ਟੂ ਯੂ ਪੀਪਲ। ਹਰ ਸ਼ਾਮ ਨੂੰ 7 ਵਜੇ ਤੁਹਾਨੂੰ ਪੋਲਿਟੀ ਦੇ 2 ਲੈਕਚਰਸ ਐਕਸੈਸਿਬਲ ਹੋ ਜਾਣਗੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਦਰਵਾਈਜ਼ ਤਾਂ ਲਾਈਕ ਪੋਲਿਟੀ ਕਾਫੀ 20 ਲੈਕਚਰਸ ਦਾ ਆਲਮੋਸਟ ਮੋਡਿਊਲ ਹੈ, 20-25 ਲੈਕਚਰਸ ਦਾ ਮੋਡਿਊਲ ਹੈ, ਬਟ ਆਪਣੇ ਕੋਲ ਟਾਈਮ ਹੀ ਉਹਨਾਂ ਲਿਮਿਟਡ ਜਿਹਾ, ਇਸ ਕਰਕੇ ਆਪਾਂ ਐਕਸਲਰੇਟਡ ਪੇਸ ਤੇ ਕਰ ਰਹੇ ਹਾਂ। ਪੋਲਿਟੀ ਦੀਆਂ ਵੀਡੀਓਜ਼ ਤੁਹਾਨੂੰ 2 ਐਟ ਅ ਟਾਈਮ ਵਿਜ਼ੀਬਲ ਹੋਣਗੀਆਂ। ਹਰ ਰੋਜ਼ ਤੁਹਾਨੂੰ 2 ਪੋਲਿਟੀ ਦੀਆਂ ਵੀਡੀਓਜ਼ ਵਿਜ਼ੀਬਲ ਹੋਣਗੀਆਂ ਸ਼ਾਮ ਨੂੰ 7 ਵਜੇ। ਕੱਲ 21 ਦਸੰਬਰ ਤੋਂ ਇਹ ਕੋਰਸ ਸਟਾਰਟ ਹੋਇਆ ਸੀਗਾ, 21 ਦਸੰਬਰ ਨੂੰ 2 ਪੋਲਿਟੀ ਦੀਆਂ ਵੀਡੀਓਜ਼ ਅਸੀਂ ਅਪਲੋਡ ਕੀਤੀਆਂ। ਅੱਜ ਅਸੀਂ ਕੋਈ ਸ਼ਡਿਊਲ ਸੌਟ ਆਊਟ ਹੀ ਕਰ ਰਹੇ ਸੀਗੇ, ਆਲਰੇਡੀ ਅਸੀਂ 2 ਵੀਡੀਓਜ਼ ਅਪਲੋਡ ਕਰਤੀਆਂ 22 ਦਸੰਬਰ ਨੂੰ। ਇਸੇ ਤਰ੍ਹਾਂ ਹਰ ਰੋਜ਼ 2 ਵੀਡੀਓਜ਼ ਪੋਲਿਟੀ ਦੀਆਂ ਅਸੀਂ ਅਪਲੋਡ ਕਰਾਂਗੇ, ਮੰਡੇ ਟੂ ਫਰਾਈਡੇ, 5 ਡੇਜ਼ ਅ ਵੀਕ। ਕਲੀਅਰ ਹੈ ਬੱਚੇ? ਪੋਲਿਟੀ ਖਤਮ ਹੋ ਜਾਊਗਾ ਇਸ ਤਰੀਕੇ ਨਾਲ। 21 ਦਸੰਬਰ ਤੋਂ ਜੇ ਸਟਾਰਟ ਹੋਇਆ ਤਾਂ ਆਲਮੋਸਟ 20 ਕਲਾਸਾਂ ਜਿਹੜੀਆਂ ਹੈਗੀਆਂ ਆਪਾਂ 10 ਦਿਨਾਂ 'ਚ ਖਤਮ ਕਰ ਦਾਂਗੇ ਬਾਏ 2 ਜਨਵਰੀ। ਇਸੇ ਹੀ ਪਲੇਲਿਸਟ 'ਚ ਪੋਲਿਟੀ ਜਦੋਂ ਖਤਮ ਹੋ ਜਾਊਗਾ ਤੁਹਾਡੀ ਸਾਇੰਸ ਸਟਾਰਟ ਹੋ ਜਾਊਗੀ। ਸਾਇੰਸ ਦੀਆਂ ਕੁਝ 10 ਕਲਾਸਿਸ 'ਚ ਆਪਾਂ ਸਾਇੰਸ ਕਵਰ ਕਰਾਂਗੇ। 4 ਜਨਵਰੀ ਸੈਟਰਡੇ ਸੰਡੇ ਛੁੱਟੀ ਮਨਾਉਣਾ, 4 ਜਨਵਰੀ ਟੂ 15 ਜਨਵਰੀ ਇਹ 10 ਕਲਾਸਾਂ 'ਚ ਤੁਹਾਡੀ ਸਾਇੰਸ ਖਤਮ ਹੋ ਜਾਊਗੀ। ਦੈਨ ਇਕੋਨਮੀ ਦੀ ਪਲੇਲਿਸਟ ਸਟਾਰਟ ਹੋਊਗੀ, 20 ਕਲਾਸਿਸ 'ਚ ਇਕੋਨਮੀ ਕੰਪਲੀਟ ਕਰਵਾਈ ਜਾਊਗੀ 18 ਜਨ ਟੂ 12 ਆਫ ਫੈਬਰਵਰੀ। half of your GK is done under this playlist ਜਿਹਦੀਆਂ ਵੀਡੀਓਜ਼ ਤੁਹਾਨੂੰ ਮਿਲਣਗੀਆਂ ਸ਼ਾਮ ਨੂੰ 7 ਵਜੇ 7 PM। ਹੁਣ ਆਉਂਦੀ ਹੈ GK ਦੀ ਸੈਕਿੰਡ ਪਲੇਲਿਸਟ। GK ਦੀ ਸੈਕਿੰਡ ਪਲੇਲਿਸਟ 'ਚ ਇੱਕ ਜੋਗ੍ਰਾਫੀ ਸਬਜੈਕਟ ਕਵਰ ਕੀਤਾ ਜਾਊਗਾ, ਮੈਂ ਤੁਹਾਨੂੰ ਜੋਗ੍ਰਾਫੀ ਕਰਵਾਊਂਗਾ, ਐਂਡ ਦੂਸਰਾ ਹਿਸਟਰੀ ਸਬਜੈਕਟ ਕਵਰ ਕੀਤਾ ਜਾਊਗਾ।
ਇਹ ਵੀ 22 ਦਸੰਬਰ ਅੱਜ ਤੋਂ ਹੀ ਸਟਾਰਟ ਹੋਊਗਾ। ਅੱਜ ਟਾਈਮ ਥੋੜਾ ਜਿਹਾ ਉੱਪਰ ਥੱਲੇ ਹੈ ਕਿਉਂਕਿ ਅੱਜ ਅਸੀਂ ਸ਼ਡਿਊਲ ਇਹ ਫਾਈਨਲਾਈਜ਼ ਕੀਤਾ ਹੈ। ਅਦਰਵਾਈਜ਼ ਰੈਗੂਲਰਲੀ ਮੰਡੇ ਟੂ ਫਰਾਈਡੇ ਤੁਹਾਡਾ ਕੀ ਸ਼ਡਿਊਲ ਰਹੂਗਾ? ਪਹਿਲਾਂ 20 ਕਲਾਸਿਸ 'ਚ ਜੋਗ੍ਰਾਫੀ ਕੰਪਲੀਟ ਕਰਵਾਈ ਜਾਊਗੀ, ਸਾਰੇ ਟੌਪਿਕਸ ਉਸ 'ਚ ਕਵਰ ਕਰਵਾਏ ਜਾਣਗੇ। ਦੈਨ 20 ਕਲਾਸਿਸ 'ਚ ਹਿਸਟਰੀ ਕੰਪਲੀਟ ਕਰਵਾਈ ਜਾਊਗੀ। ਅੱਜ 22 ਦਸੰਬਰ ਤੋਂ ਸਟਾਰਟ ਕਰਕੇ 15 ਜਨਵਰੀ ਤੱਕ ਜੋਗ੍ਰਾਫੀ ਕੰਪਲੀਟ ਹੋ ਜੂਗੀ। 18 ਜਨਵਰੀ ਟੂ 12 ਫੈਬਰਰੀ ਤੱਕ ਤੁਹਾਡਾ ਹਿਸਟਰੀ ਵੀ ਕੰਪਲੀਟ ਹੋ ਜੂਗੀ। ਇਸ ਦੇ ਨਾਲ ਤੁਹਾਡੀ ਜੀਕੇ ਦੀ ਸੈਕੰਡ ਪਲੇਲਿਸਟ ਵੀ ਆਪਾਂ ਕਵਰ ਕਰਤੀ। GK 1 GK 2 GK 1 7 PM GK 2 11 AM ਇਹਨਾਂ ਦੋ ਪਲੇਲਿਸਟ ਨੂੰ ਆਪਾਂ ਕਵਰ ਕੀਤਾ। ਆਪਣਾ GK ਦੀ ਸਾਰੀ ਟੈਨਸ਼ਨ ਹੋ ਗਈ ਖਤਮ। ਇਹਨਾਂ ਹੀ ਕਲਾਸਿਸ 'ਚ MCQs ਦੀ ਪ੍ਰੈਕਟਿਸ ਵੀ ਕਰਵਾਈ ਜਾਊਗੀ। ठीक है, तो GK वाला पोर्शन तो हुण कर दो एक बारी साइड ते। अगे चलते हैं होर की अपने सिलेबस च रीजनिंग ते क्वांट। रीजनिंग दी क्लासेस ऑलरेडी 1 बाय 1 करके असीं पानियां स्टार्ट करती हैं। हुणे आपां देखिया सीगा वैबसाइट ते अराउंड 25 क्लासेस च रीजनिंग का पूरा सिलेबस कवर करवाया जाऊगा विद प्रैक्टिस एंड ऑल दोज थिंग्स। 21 दिसंबर तो स्टार्ट करके 25 वर्किंग डेज अपने खत्म होंगे 22 जनवरी तक। तो 22 जनवरी तक तुहाडी रीजनिंग वाली प्लेलिस्ट चलूगी। उस तो बाद रीजनिंग खत्म होने तो बाद इंग्लिश दी 15 क्लासेस का एक छोटा जिहा मॉड्यूल है। ये जिहड़ा इंग्लिश का मॉड्यूल है हालांकि एक्सप्रैसली अपने नैब तहसीलदार के सिलेबस च किते नहीं मैंशन कि इंग्लिश के क्वेश्चन आएंगे, बट ये मॉड्यूल अटेंड करना वैसे ही साडी एक तो परसनैलिटी डिवेलपमेंट हेल्प करता है। फिर आप कोई भी पंजाब का एग्जाम देना होवे, कोई भी पंजाब छड्डो इंडिया लैवल ते आप कोई भी कॉम्पीटिटिव एग्जाम देना है इंग्लिश तो आऊगी। ये वालियां क्लासेस थोनू हेल्प करनगियां ते मेरा तुहानू लाइक पर्सनल एडवाइस है कि ईवन दो सिलेबस च मैंशन नहीं हैगा तुसीं ये इंग्लिश दी 15 क्लासेस जरूर अटेंड करनी है। भावें क्लास अटेंड करके बस उत्थे कापी मुद्दी करके सौ जाओ, बट ये तुहानू काफ़ी हैल्पफुल रहनगियां इन जनरली किसी भी कॉम्पीटिटिव एग्जाम लिए। आपां लाइक नैब तहसीलदार नहीं, पटवारी नहीं, PCS नहीं, IAS किसी ना किसी कॉम्पीटिटिव एग्जाम च आपां लाइक सक्सैस हासिल करनी ही करनी है। तो 25 जनवरी तो लैके 12 फैबररी तक तुहाडियां इंग्लिश दीयां क्लासेस चलणगियां। तो रीजनिंग एंड इंग्लिश एक पासे। अगला कंपोनेंट है जी अपना क्वांट, मैथ्स, अरिथमैटिक स्किल्स। ਹੁਣ ਇਹ ਅਗੇਨ ਕੁਆਂਟ ਆਪਾਂ ਲਾਰਜਰ ਮੈਥਸ ਐਂਡ ਲੌਜੀਕਲ ਰੀਜ਼ਨਿੰਗ 'ਚ ਹੀ ਮੈਂ ਇਨਕਲੂਡ ਕਰ ਲਿਆ। ਤੇ ਕੁਆਂਟ ਲਈ ਤਾਂ ਨਕੁਲ ਸਰ स्पैशल एक प्लेलिस्ट स्टार्ट कर रहे हैं जिहड़ी कि 5:30 बजे रोज़ अपलोड की जाऊगी। हालांकि ये जिहड़ी क्वांट वाली प्लेलिस्ट है ये यूट्यूब ते भी अवेलेबल होगी एंड ऐप ते भी अवेलेबल होगी। तुहानू जिवें ठीक लगता है, तुहानू ऐप ते ठीक लगता है, फ्यूचर रैफरेंस लिए एक कंसोलीडेटेड प्लेलिस्ट बन जाती है। तुसीं ऐप ते देखो, तुहानू यूट्यूब ते अच्छा चल लग रहा है उस ते असीं प्रीमियर ला दांगे, तुसीं लाइव चैट 'च बैठ के सुन सकते हो, साडे नाल गल भी कर सकते हो। तो तुसीं यूट्यूब ते भी अटेंड कर सकते हो। ऐप ते यूट्यूब दोनों ते ही ये वाली प्लेलिस्ट अवेलेबल होगी क्वांट वाली। 40 क्लासेस दे अराउंड नकुल सर ने तुहाडे नाल शेड्यूल ऑलरेडी शेयर किया, क्रिसमस गिफ्ट करके असी वीडियो पाई सी चेतन सर ते नकुल सर ने। वो जिहड़ा पूरा शेड्यूल उन्होंने तुहाडे नाल डिस्कस किया अराउंड 40 क्लासेस से डिलीवर किया जाऊगा स्टार्टिंग 26 दिसंबर। ऑलरेडी तुसीं शेड्यूल वो वाला आई गेस देख लिया होना है। 26 दिसंबर टू 12 फैबररी तक का उन्होंने मोटा मोटा जिहा शेड्यूल बनाया। तो ये अपना क्वांट भी निपट गया। अगे आता है करंट अफेयर्स ऑफ नैशनल एंड इंटरनेशनल इंपोर्टेंस। इस कंटैक्स्ट से चेतन सर अज तो ही 22 दिसंबर तो ही प्लेलिस्ट स्टार्ट कर रहे हैं जिस सारे पिछले 2 साल के करंट अफेयर्स ऑफ ऑल दी ब्रांचेस, अवार्ड्स, बुक्स, पर्सन इन न्यूज़, स्पोर्ट्स पर्सन, डिफेंस, वो जो भी जिन्हें भी पिछले 2 साल के इंपॉर्टेंट करंट अफेयर्स रहे हैं जो एग्जाम पॉइंट ऑफ व्यू तो जिन्होंने क्वेश्चन आ सकता है उनकी एक प्लेलिस्ट स्टार्ट कर रहे हैं। ये भी नकुल सर की प्लेलिस्ट वांगू यूट्यूब पर भी अवेलेबल होगी। टाइम है इसका ज़्यादा डेली अपलोडिंग शेड्यूल रहूगा 8:30 PM, नकुल सर वाली 5:30, चेतन सर वाली यूट्यूब ते 8:30 PM ते। जस्ट करंट अफेयर्स मंडे टू फ्राइडे 5 डेज जिन्ना भी पढ़ाई दी क्लासेस का शेड्यूल है 5 डेज अ वीक है मंडे टू फ्राइडे। तो ये अपना करंट अफेयर्स दी क्लासेस चलनियाँ 22 दिसंबर तो 12 फैबररी 40 डेज है तुहाडे। दैन लास्ट एक मैं प्लेलिस्ट स्टार्ट कर रहे हैं पंजाब थ्रू MCQs।
ऑलरेडी पंजाब महा लैक्चर एग्जिस्ट करता है जिससे मैं काफ़ी एस्पैक्ट्स ऑफ पंजाब कवर किए है। कुछ ट्रिविया गल्लां मैं उस बेसिक फैक्चुअल इन्फॉर्मेशन स्किप की सी। ਉਹਦਾ ਆਈਡੀਆ ਇਹੀ ਹੈ ਕਿ ਹੁਣ ਆਪਾਂ MCQs ਦੇ ਥਰੂ ਉਸ ਚੀਜ਼ ਨੂੰ ਰਿਵਾਈਜ਼ ਕਰਾਂਗੇ ਐਂਡ ਹੋਰ ਕੁਝ ਐਡੀਸ਼ਨਲ ਨੌਲੇਜ ਵੀ ਲਵਾਂਗੇ ਤਾਂ MCQs ਨਾਲ ਰਿਵਾਈਜ਼ ਕਰਕੇ ਥੋੜਾ ਜਿਹਾ ਆਪਣੀ ਰਿਟੈਂਸ਼ਨ ਬੈਟਰ ਹੁੰਦੀ ਹੈ। ਤਾਂ ਪੰਜਾਬ ਥਰੂ MCQs ਪੰਜਾਬ ਦੇ ਕੁਐਸਚਨ ਤੋਂ 2 3 4 5 ਆਉਂਦੇ ਹੀ ਆ ਹਰ ਪੇਪਰ 'ਚ। ਇਸ ਪੋਰਸ਼ਨ ਨੂੰ ਪ੍ਰੋਪਰਲੀ ਟੈਕਲ ਕਰਨ ਲਈ ਅਗੇਨ ਆਪਣੀ 25 ਡੇਜ਼ ਲਗਾਤਾਰ ਇਹ ਪਲੇਲਿਸਟ ਚੱਲੂਗੀ ਸਟਾਰਟਿੰਗ ਫਰੋਮ 22 ਦਸੰਬਰ ਅੱਜ ਤੋਂ 12th ਆਫ ਫੈਬਰਰੀ। ਰੋਜ਼ ਰਾਤ ਨੂੰ 8 ਵਜੇ ਇਹ ਵੀ ਤੁਹਾਨੂੰ YouTube ਤੇ ਅਵੇਲੇਬਲ ਹੋਊਗੀ ਪੰਜਾਬ ਥਰੂ MCQs ਵਾਲੀ ਵੀਡੀਓਜ਼। ਦੈਨ ਪੰਜਾਬੀ ਹੁਣ ਇਹ ਵਾਲੀ ਜਿਹੜੀ ਪਲੇਲਿਸਟ ਹੈ 22 ਦਸੰਬਰ ਤੋਂ ਸਟਾਰਟ ਕਰਕੇ 25 ਆਫ ਜਨਵਰੀ ਸੌਰੀ ਇੱਥੇ ਟਾਈਪਿੰਗ ਐਰਰ ਹੈ 25 ਆਫ ਜਨਵਰੀ ਤੱਕ ਇਹ ਵਾਲੀ ਤੁਹਾਡੀ ਪਲੇਲਿਸਟ ਚੱਲੂਗੀ। 25 ਡੇਜ਼ ਖਤਮ ਹੋਏ ਪੰਜਾਬ ਆਪਣਾ ਪੋਰਸ਼ਨ ਪੂਰਾ ਆਪਣਾ ਸਾਈਡ ਤੇ ਆਪਾਂ ਰੱਖਤਾ। ਹੁਣ ਪੁੱਛ ਲਓ ਸਾਡੇ ਤੋਂ ਪੰਜਾਬ 'ਚ ਜਿਹੜਾ ਕੁਐਸਚਨ ਪੁੱਛਣਾ ਹੈ। ਦੈਨ ਇਹ ਪਲੇਲਿਸਟ ਖਤਮ ਹੋਣ ਤੋਂ ਬਾਅਦ ਪੰਜਾਬੀ ਲੈਂਗੁਏਜ ਦੀ ਪਲੇਲਿਸਟ ਸਟਾਰਟ ਹੋ ਜੂਗੀ। ਪੰਜਾਬੀ ਵੀ ਇਨਵੇਰੀਏਬਲੀ ਜੋ ਮੈਂ ਇੰਗਲਿਸ਼ ਲਈ ਕਿਹਾ ਸੀ ਉਹ ਪੰਜਾਬੀ ਲਈ ਵੀ ਟਰੂ ਹੈ। ਹਾਲਾਂਕਿ ਇੰਗਲਿਸ਼ ਦਾ ਆਲ ਇੰਡੀਆ ਲੈਵਲ ਤੇ ਹੀ ਟਰੂ ਹੈ ਬਟ ਆਪਾਂ ਪੰਜਾਬ ਸਟੇਟ ਦਾ ਕੋਈ ਵੀ ਪੇਪਰ ਦੇਣਾ ਉਸ 'ਚ ਪੰਜਾਬੀ ਦੇ ਕੁਐਸਚਨ ਹੁੰਦੇ ਹੀ ਹੈ। ਅਗੇਨ ਨੈਬ ਤਹਿਸੀਲਦਾਰ ਵਾਲਿਆਂ ਨੇ PPSC ਨੇ ਸਪੈਸ਼ਲੀ ਸਿਲੇਬਸ 'ਚ ਮੈਂਸ਼ਨ ਨਹੀਂ ਕੀਤਾ ਬਟ ਆਈ ਵੁੱਡ ਸਟਿਲ ਐਡਵਾਈਜ਼ ਕਿ ਤੁਸੀਂ ਇਹ ਪੰਜਾਬੀ ਵਾਲੇ ਲੈਕਚਰਸ ਵੀ ਲਾ ਲਓ। ਤਾਂ 25 ਜਨਵਰੀ ਤੋਂ ਲੈ ਕੇ 12 ਫਰਵਰੀ ਤੱਕ ਇਹ 15 ਕਲਾਸਿਸ ਹੋਣਗੀਆਂ, ਤੁਸੀਂ ਲਾਓ ਇਹਨਾਂ ਦਾ ਬੈਨੀਫਿਟ ਲਓ। ਇਹਦੇ ਨਾਲ ਤੁਹਾਡਾ ਸਾਰਾ ਜਿਹੜਾ ਸਿਲੇਬਸ ਹੈ ਪਲੱਸ ਐਡੀਸ਼ਨਲੀ ਹੀ ਆਪਾਂ ਕਰ ਲਿਆ, ਇੰਗਲਿਸ਼ ਵੀ ਐਡੀਸ਼ਨਲੀ ਕਰ ਲਈ, ਪੰਜਾਬੀ ਵੀ ਐਡੀਸ਼ਨਲੀ ਕਰ ਲਈ, ਕੁਆਂਟ ਵੀ ਆਪਾਂ ਐਕਸਟਰਾ ਐਮਫੈਸਿਸ ਦੇ ਕੇ ਕਰ ਰਹੇ ਹਾਂ। ਸਾਰਾ ਤੁਹਾਡਾ ਨੈਬ ਤਹਿਸੀਲਦਾਰ ਦਾ ਸਿਲੇਬਸ ਹੋ ਜਾਂਦਾ ਹੈ ਕੰਪਲੀਟ। ਠੀਕ ਹੈ, ਫਿਰ ਤੁਸੀਂ ਹੁਣ ਗੱਲ ਕਹੋਗੇ ਕਿ ਸਰ ਉਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਸੀਗੇ ਕਿ ਰੈਵਨਿਊ ਐਕਟ ਵਗੈਰਾ ਵੀ ਕਰਵਾਵਾਂਗੇ ਉਹ ਕਦੋਂ ਫਿਟ ਇਨ ਹੋਊਗਾ? ਉਹ ਇਸ ਤੋਂ ਨਿਊ ਈਅਰ ਤੋਂ 1 ਜਨਵਰੀ ਤੋਂ ਆਪਾਂ ਰੈਵਨਿਊ ਐਕਟ ਦੀਆਂ ਵੀ ਵੀਕਲੀ 3 ਕਲਾਸਿਸ ਸਟਾਰਟ ਕਰ ਦਾਂਗੇ। ਉਹ ਪੈਰਲਲੀ ਹੀ ਇਹਦੇ ਕਵਰ ਕਰ ਲਿੱਤਾ ਜਾਊਗਾ। ਤਾਂ ਇਹ ਤੁਹਾਡੀਆਂ ਕਲਾਸਿਸ ਦਾ ਬੱਚੇ ਸ਼ਡਿਊਲ ਰਹੂਗਾ। ਹੁਣ ਦੇਖਿਆ ਜਾਵੇ ਤਾਂ ਟੋਟਲ 6 ਡਿਫਰੈਂਟ ਪਲੇਲਿਸਟ ਹੈ, 6 ਡਿਫਰੈਂਟ ਕਲਾਸਿਸ ਤੁਹਾਨੂੰ ਡੇਲੀ ਬੇਸਿਸ 'ਤੇ ਮਿਲਿਆ ਕਰਨਗੀਆਂ। ਹੁਣ ਤੁਸੀਂ ਕਿਉਂਕਿ ਟਾਈਮ ਹੀ ਆਪਣੇ ਕੋਲੇ ਓਨਾ ਕੁ ਹੈ ਅਤੇ ਉਹ ਟਾਈਮ ਤੁਸੀਂ ਜੁਡੀਸ਼ੀਅਸਲੀ ਯੂਜ਼ ਕਰਨਾ ਹੈ। ਜਿਵੇਂ ਜਿਵੇਂ ਅਸੀਂ ਕਲਾਸਿਸ ਲਾ ਰਹੇ ਹਾਂ ਉਵੇਂ ਉਵੇਂ ਤੁਸੀਂ ਕਲਾਸਿਸ ਲਾਓ। ਸਵੇਰ ਦਾ ਟਾਈਮ ਤੁਹਾਡੇ ਕੋਲ ਫ੍ਰੀ ਹੈਗਾ, ਸਵੇਰੇ 6 ਤੋਂ ਲੈ ਕੇ 11 ਤੱਕ ਤੁਸੀਂ ਕਰਨੀ ਹੈ ਸੈਲਫ ਸਟੱਡੀ। ਇੰਨੀ ਆਪਾਂ ਐਫਰਟਸ ਪਾਵਾਂਗੇ, ਇੰਨੀ ਆਪਾਂ ਮਿਹਨਤ ਕਰਾਂਗੇ ਤਾਂ ਆਪਣਾ ਸਿਲੇਬਸ ਪੂਰਾ ਟਾਈਮਲੀ ਕੰਪਲੀਟ ਹੋਊਗਾ ਐਂਡ ਆਪਾਂ ਚੰਗੇ ਨੰਬਰ ਲੈ ਕੇ ਪਾਸ ਹੋਵਾਂਗੇ। ਆਈ ਗੈਸ ਨੈਬ ਤਹਿਸੀਲਦਾਰ ਵਾਲਿਆਂ ਦਾ ਕੇਸ ਕਲੀਅਰ ਹੈ। ਹੁਣ ਮੈਂ ਗੱਲ ਕਰਦੇ ਹਾਂ ਜਿਹੜੇ ਪੰਜਾਬ ਗਵਰਨਮੈਂਟ ਜੋਬਸ ਦਾ ਅੰਬਰੇਲਾ ਕੋਰਸ ਹੈ ਉਸ 'ਚ ਜਿਹੜੇ ਬੱਚੇ ਇਨਰੋਲਡ ਹੈ। ਪਟਵਾਰੀ ਵਾਲਾ ਕੋਰਸ ਕਹਿ ਲਓ ਜਾਂ ASP ਵਾਲਾ ਕੋਰਸ ਕਹਿ ਲਓ, ਦੋਨਾਂ ਦਾ ਸਿਲੇਬਸ ਆਲਮੋਸਟ ਸੇਮ ਹੀ ਸੀਗਾ, ਇਸ ਕਰਕੇ ਅਸੀਂ ਕਲੱਬ ਹੀ ਕਰਤਾ। ਉਸ ਕੋਰਸ 'ਤੇ ਵੀ ਕਾਫੀ ਸਾਰੇ ਬੱਚੇ ਕੱਲ੍ਹ ਉਹਨਾਂ ਨੇ WhatsApp ਵਗੈਰਾ 'ਤੇ ਲਿਖਿਆ ਕਿ ਲੈਕਚਰਸ ਨਹੀਂ ਨਜ਼ਰ ਆ ਰਹੇ ਸੀਗੇ। ਕੱਲ੍ਹ ਥੋੜ੍ਹਾ ਸਾ ਗਲਿਚ ਹੋ ਗਿਆ ਸੀਗਾ। ਆਈ ਬਲੀਵ ਹੁਣ ਉਹ ਗਲਿਚ ਅਸੀਂ ਐਡਰੈਸ ਕਰਤਾ ਹੋਇਆ, IT ਟੀਮ ਨੇ ਗੋ ਹੈਡ ਦੇਤਾ ਹੋਇਆ। ਇਸ ਤਰ੍ਹਾਂ ਕੁਛ ਆਪਾਂ ਨੂੰ ਪਟਵਾਰੀ ਦਾ ਇਹ ਲੌਗਡ ਇਨ ਕੋਰਸ ਹੈ, ID ਬਣਾਈ ਹੋਈ ਹੈ। ਇਸ ਤਰ੍ਹਾਂ ਆਪਾਂ ID ਪਾਸਵਰਡ ਲਾ ਕੇ ਲੌਗਇਨ ਕਰਾਂਗੇ। ਇਸ ਤਰ੍ਹਾਂ ਆਪਾਂ ਨੂੰ ਡਿਫਰੈਂਟ ਲੈਕਚਰਸ ਨਜ਼ਰ ਆ ਰਹੇ ਹੈ। GK ਦੇ ਆਲਰੇਡੀ 21 ਲੈਕਚਰਸ ਹੋ ਚੁੱਕੇ ਹੈ, ਮੈਂਟਲ ਐਬਿਲਿਟੀ ਦੇ 25 ਲੈਕਚਰਸ ਹੋ ਚੁੱਕੇ ਹੈ। ਐਗਰੀਕਲਚਰ ਰਾਘਵ ਸਰ ਨੇ ਆਲਰੇਡੀ ਤੁਹਾਨੂੰ 12 ਲੈਕਚਰਸ ਕਰਵਾਤੇ ਹੈ। ਉਹ ਇਹ ਐਗਰੀਕਲਚਰ ਦੇ ਲੈਕਚਰਸ ਦੇ ਕੰਟੈਕਸਟ 'ਚ ਵੀ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਗਈ ਸੀਗੀ ਨੰਬਰਿੰਗ ਦੇ ਕੰਟੈਕਸਟ 'ਚ। ਸਰ ਨੇ ਜਦੋਂ ਲੈਕਚਰ ਪੜ੍ਹਾਇਆ, ਸਰ ਨੇ ਲੈਕਚਰ 13 ਕਰਕੇ ਪੜ੍ਹਾਇਆ। ਉਹ ਐਕਚੁਅਲੀ ਉਹ ਲੈਕਚਰ 12 ਸੀਗਾ, ਬਸ ਨੰਬਰਿੰਗ ਦੀ ਪ੍ਰੋਬਲਮ ਹੈ। ਲੈਕਚਰ ਕੋਈ ਮਿਸ ਨਹੀਂ ਹੈਗਾ। ਹਜੇ ਤੱਕ 12 ਹੀ ਲੈਕਚਰ ਹੋਏ ਆ ਪਰ ਇਹਨੂੰ ਪਲੇ ਕਰਦੇ ਆ ਤਾਂ ਸਰ ਬੋਲਦੇ ਆ ਕਿ ਵੈਲਕਮ ਟੂ ਲੈਕਚਰ 13। ਤੋਂ ਬਸ ਨੰਬਰਿੰਗ ਦੀ ਪ੍ਰੋਬਲਮ ਹੈ, ਕੋਈ ਲੈਕਚਰ ਤੁਹਾਡਾ ਮਿਸ ਨਹੀਂ ਹੋਇਆ। ਇਹ 12 ਲੈਕਚਰ ਐਗਰੀਕਲਚਰ ਦੇ ਹੋ ਗਏ। ਅਰਿਥਮੈਟਿਕ ਸਕਿੱਲਸ ਨਕੁਲ ਸਰ ਨਾਲ ਤੁਸੀਂ ਮੈਂਸੂਰੇਸ਼ਨ ਦੀਆਂ ਕਲਾਸਿਸ ਸਟਾਰਟ ਕੀਤੀਆਂ, ਏਰੀਆ ਐਂਡ ਵੋਲਿਊਮ। ਹਜੇ 2 ਕਲਾਸਿਸ ਹੋਈਆਂ, ਇੰਟਰੋਡਕਸ਼ਨ ਪਲੱਸ ਲੈਕਚਰ ਨੰਬਰ 1 ਇਹ ਤੁਹਾਨੂੰ ਨਜ਼ਰ ਆ ਰਹੀਆਂ, ਪਲੱਸ ਅਨੂ ਮੈਮ ਨਾਲ ਇੰਗਲਿਸ਼ ਲੈਂਗੁਏਜ ਦੀ ਕਲਾਸਿਸ ਤੁਹਾਡੀਆਂ ਸਟਾਰਟ ਹੋ ਚੁੱਕੀਆਂ। ਤਾਂ ਇਹ ਤੁਹਾਨੂੰ ਡਿਫਰੈਂਟ ਕਲਾਸਿਸ ਨਜ਼ਰ ਆ ਰਹੀਆਂ। ਜੇ ਕਿਸੇ ਨੂੰ ਮਤਲਬ ਇੱਦਾਂ ਦੀ ਲੈਕਚਰ ਐਕਸੈਸ ਕਰਨ 'ਚ ਪ੍ਰੋਬਲਮ ਆ ਰਹੀ ਹੈ, ਆਲਰੇਡੀ ਤੁਹਾਨੂੰ WhatsApp ਗਰੁੱਪਸ 'ਚ ਅਸੀਂ ਪਾਇਆ ਹੋਇਆ, ਤੁਸੀਂ ਉਸ 'ਚ ਮੈਂਸ਼ਨ ਕਰ ਵੀ ਰਹੇ ਹੋ ਆਲਰੇਡੀ। ਐਂਡ ਜਿਵੇਂ ਸਾਨੂੰ ਕੋਈ ਪ੍ਰੋਬਲਮ ਪਤਾ ਚੱਲਦੀ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਇਹ ਤਾਂ ਹੋ ਗਿਆ ਵੀ ਲੈਕਚਰ ਆਪਾਂ ਐਕਸੈਸ ਕਰਨ 'ਚ ਕੋਈ ਦਿੱਕਤ ਵਗੈਰਾ ਤਾਂ ਨਹੀਂ ਆ ਰਹੀ। ਹੁਣ ਆਉਂਦੇ ਆਪਾਂ ਸ਼ਡਿਊਲ 'ਤੇ। ਸ਼ਡਿਊਲ ਦੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਆਪਣੇ ਕੋਲ ਪਿਆ ਹੋਇਆ ਹੈ ਪੰਜਾਬ ਗਵਰਨਮੈਂਟ ਜੋਬਸ ਦੇ ਅੰਬਰੇਲਾ ਕੋਰਸ ਦਾ ਸ਼ਡਿਊਲ। ਤੁਹਾਡੀਆਂ ਕਲਾਸਿਸ ਸਟਾਰਟ ਹੋਈਆਂ ਸੀਗੀਆਂ ਪੋਲਿਟੀ ਨਾਲ, GK ਵਾਲੀਆਂ ਕਲਾਸਿਸ ਸਟਾਰਟ ਹੋਈਆਂ ਸੀ। ਚੇਤਨ ਸਰ ਨਾਲ ਤੁਸੀਂ ਪੋਲਿਟੀ ਕਰਨੀ ਸਟਾਰਟ ਕੀਤੀ ਸੀਗੀ।
ਤਾਂ ਇਹ ਹਜੇ ਤੱਕ ਆਪਾਂ ਜਿਵੇਂ ਡਿਸਕਸ ਕੀਤਾ 21 ਕਲਾਸਿਸ ਆਲਮੋਸਟ ਹੋ ਚੁੱਕੀਆਂ 25 ਦਸੰਬਰ ਇਸ ਵੀਕ ਦੇ ਐਂਡ ਤੱਕ ਤੁਹਾਡੀਆਂ ਪੋਲਿਟੀ ਵਾਲੀਆਂ ਕਲਾਸਿਸ ਖਤਮ ਹੋ ਜਾਣਗੀਆਂ। ਉਸ ਤੋਂ ਬਾਅਦ ਤੁਹਾਡੀਆਂ ਸਾਇੰਸ ਦੀਆਂ ਕਲਾਸਿਸ ਸਟਾਰਟ ਹੋਣਗੀਆਂ। ਸੰਯੋਗਤਾ ਮੈਮ ਤੁਹਾਡੀਆਂ ਇਹ ਕਲਾਸਿਸ ਲੈਣਗੇ ਅਰਾਊਂਡ 10 ਕਲਾਸਿਸ 'ਚ ਸਾਇੰਸ ਕੰਪਲੀਟ ਕਰਵਾ ਦਿੱਤੀ ਜਾਊਗੀ ਫਰੋਮ 28 ਦਸੰਬਰ ਟੂ 8 ਜਨਵਰੀ। ਸਾਇੰਸ ਦੀਆਂ ਕਲਾਸਿਸ ਖਤਮ ਹੋਣ ਤੋਂ ਬਾਅਦ ਦੁਬਾਰਾ ਚੇਤਨ ਸਰ ਆਣਗੇ ਤੁਹਾਡੇ ਨਾਲ ਇਕੋਨਮੀ ਡਿਸਕਸ ਕਰਨਗੇ। ਇਕੋਨਮੀ ਦੀਆਂ ਅਰਾਊਂਡ 20 ਕਲਾਸਿਸ ਹੈ। 20 ਕਲਾਸਿਸ 'ਚ ਇਕੋਨਮੀ ਨੂੰ ਰੈਪ ਕਰ ਦਿੱਤਾ ਜਾਊਗਾ ਫਰੋਮ 11 ਜਨਵਰੀ ਟੂ 5 ਫੈਬਰਰੀ। ਤਾਂ 5 ਫੈਬਰਰੀ ਤੱਕ ਇਹ ਤੁਹਾਡੀ ਜਿਹੜੀ ਪੋਰਸ਼ਨ ਹੈ GK 1 ਪਲੇਲਿਸਟ ਹੈ ਪਟਵਾਰੀ ਵਾਲੇ ਕੋਰਸਿਸ ਦਾ ਇੱਥੇ ਪੈ ਜਾਊਗਾ ਭੋਗ। ਨੈਕਸਟ ਸੈਕਿੰਡ ਪਲੇਲਿਸਟ ਅੱਜ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਮੇਰੇ ਨਾਲ ਤੁਸੀਂ ਕਰੋਗੇ ਜੋਗ੍ਰਾਫੀ ਐਂਡ ਹਿਸਟਰੀ ਦੋਨਾਂ ਦੀਆਂ 20 ਕਲਾਸਿਸ ਜਿਹੜਾ ਮੈਂ ਨੈਬ ਤਹਿਸੀਲਦਾਰ ਵਾਲੇ ਕੋਰਸ 'ਚ ਵੀ ਡਿਸਕਸ ਕੀਤਾ ਕਿਉਂਕਿ ਆਪਾਂ ਸੇਮ ਹੀ ਇਹ ਵਾਲਾ ਜਿਹੜਾ ਪੋਰਸ਼ਨ ਆਫ ਸਿਲੇਬਸ ਹੈ GK ਵਾਲਾ ਪੋਰਸ਼ਨ ਹੈ GK ਪੋਰਸ਼ਨ ਆਫ ਦੀ ਸਿਲੇਬਸ ਹੈ ਸੇਮ ਹੈ। ਨੈਬ ਤਹਿਸੀਲਦਾਰ ਦਾ ਵੀ ਸੇਮ ਹੀ ਕੰਟੈਂਟ ਹੈ ਐਂਡ ਪਟਵਾਰੀ ASP ਐਂਡ ਹੋਰ ਪੰਜਾਬ ਗਵਰਨਮੈਂਟ ਜੌਬਸ 'ਚ ਵੀ ਜਿਹੜਾ ਆਉਣਗੀਆਂ ਸੇਮ ਹੀ ਕੰਟੈਂਟ ਹੈ। ਇਹ ਕਾਫੀ ਸਾਰੇ ਬੱਚੇ ਪੁੱਛ ਰਹੇ ਹੈ ਕਿ ਸਰ ਉਸ 'ਚ ਕੋਈ ਲੈਵਲ ਤਾਂ ਨਹੀਂ ਡਿਫਰੈਂਸ। ਬੱਚੇ ਆ ਤੁਸੀਂ ਕਲਾਸਿਸ ਪੋਲਿਟੀ ਦੀਆਂ ਮਤਲਬ ਅੱਗੇ ਹੋਰ ਕਲਾਸਿਸ ਤਾਂ ਹਜੇ ਲੱਗਣੀਆਂ ਹੈ। ਪੋਲਿਟੀ ਦੀਆਂ ਕਲਾਸਿਸ ਤਾਂ ਆਲਰੇਡੀ ਲੱਗ ਚੁੱਕੀਆਂ 20 ਕਲਾਸਾਂ ਤੁਸੀਂ ਲਾ ਲਈਆਂ ਚੇਤਨ ਸਰ ਨਾਲ। ਉਹ ਪੜ੍ਹ ਕੇ ਜੇ ਤੁਸੀਂ PCS ਦਾ ਪੇਪਰ ਵੀ ਦੇ ਦੋਗੇ ਤਾਂ ਵੀ ਲਾਈਕ ਯੂ ਵਿਲ ਪਰਫਾਰਮ ਰਿਲੇਟਿਵਲੀ ਲਾਈਕ ਬੈਟਰ ਐਜ਼ ਕੰਪੇਅਰ ਟੂ ਯੋਰ ਕੰਪੀਟੀਸ਼ਨ ਜਿਸ ਲੈਵਲ 'ਤੇ ਅਸੀਂ ਕਰਵਾ ਰਹੇ ਹਾਂ। ਅਤੇ ਇਹਦੀ ਟੈਨਸ਼ਨ ਨਹੀਂ ਲੈਣੀ ਕਿ ਉਹਦਾ ਕੋਈ ਲੈਵਲ ਥੱਲੇ ਉਹਦਾ ਕੋਈ ਲੈਵਲ ਉੱਪਰ ਹੈ। ਹਰ ਪੇਪਰ ਪੰਜਾਬ ਗਵਰਨਮੈਂਟ ਜਿੰਨੇ ਵੀ ਐਗਜ਼ਾਮਸ ਲੈਂਦੀ ਹੈ ਉਹਨਾਂ ਐਗਜ਼ਾਮਸ ਦੇ ਮਤਲਬ PCS ਤੋਂ ਇੱਕ ਲੈਵਲ ਤੁਸੀਂ ਥੱਲੇ ਲੈ ਲਓ। ਕੋਆਪਰੇਟਿਵ ਇੰਸਪੈਕਟਰ ਹੋਵੇ ਫੂਡ ਇੰਸਪੈਕਟਰ ਹੋਵੇ ਐਕਸਾਈਜ਼ ਇੰਸਪੈਕਟਰ ਹੋਵੇ ਸਬ ਇੰਸਪੈਕਟਰ ਕਾਂਸਟੇਬਲ ਕੋਈ ਵੀ ਜਿਹੜੇ ਮਤਲਬ PCS ਲੈਵਲ ਤੋਂ ਥੱਲੇ ਵਾਲੇ ਜਿੰਨੇ ਵੀ ਐਗਜ਼ਾਮਸ ਲੈਂਦੀ ਹੈ ਪੰਜਾਬ ਸਰਕਾਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਡਾ ਇਹ ਵਾਲਾ ਕੋਰਸ ਡਿਜ਼ਾਈਨਡ ਹੈ। ਤਾਂ ਸੇਮ ਹੀ ਕੰਟੈਂਟ ਹੈ ਜਿਵੇਂ ਪ੍ਰੈਜ਼ੀਡੈਂਟ ਉੱਥੇ ਇਲੈਕਟ ਹੁੰਦਾ ਉਵੇਂ ਪ੍ਰੈਜ਼ੀਡੈਂਟ ਉੱਥੇ ਇਲੈਕਟ ਹੁੰਦਾ। ਜਿੰਨੇ ਲੈਟੀਟਿਊਡ ਇੰਡੀਆ ਦੇ ਪਟਵਾਰੀ ਵਾਲੇ ਪੇਪਰ 'ਚ ਆਉਣੇ ਉਨੇ ਹੀ ਲੈਟੀਟਿਊਡ ਇੰਡੀਆ ਦੇ ਨਾਇਬ ਤਹਿਸੀਲਦਾਰ ਵਾਲੇ ਪੇਪਰ 'ਚ ਆਉਣਗੇ ਤਾਂ ਇਹ ਕੋਈ ਟੈਨਸ਼ਨ ਨਹੀਂ ਲੈਣੀ। ਤਾਂ ਜੋਗ੍ਰਾਫੀ ਐਂਡ ਹਿਸਟਰੀ ਦੀ ਪਲੇਲਿਸਟ ਤੁਹਾਡੀ ਸਟਾਰਟ ਹੋਊਗੀ ਅੱਜ ਤੋਂ 22 ਦਸੰਬਰ ਤੋਂ 20 ਕਲਾਸਾਂ 'ਚ ਆਪਾਂ ਜੋਗ੍ਰਾਫੀ ਕੰਪਲੀਟ ਕਰਾਂਗੇ ਬਾਏ 15 ਜਨਵਰੀ। ਇਹ ਪਲੇਲਿਸਟ ਤੁਹਾਨੂੰ 11 AM 'ਤੇ ਅਵੇਲੇਬਲ ਹੋਊਗੀ GK 2 ਪਲੇਲਿਸਟ ਇਹਨੂੰ ਮੈਂ ਕਹਿ ਕੇ ਰੈਫਰ ਕਰ ਰਿਹਾ। ਹਿਸਟਰੀ ਦੀਆਂ ਕਲਾਸਿਸ ਉਸ ਤੋਂ ਬਾਅਦ ਜੋਗ੍ਰਾਫੀ ਤੋਂ ਬਾਅਦ ਹਿਸਟਰੀ ਸਟਾਰਟ ਹੋਊਗੀ ਫਰੋਮ 18 ਜਨਵਰੀ ਟੂ 12 ਫੈਬਰਰੀ। GK ਹੋ ਗਿਆ ਜੀ ਆਪਣਾ ਕੰਪਲੀਟ। ਪੋਲਿਟੀ ਇਕੋਨਮੀ ਜੋਗ੍ਰਾਫੀ ਹਿਸਟਰੀ ਸਾਇੰਸ GK ਕਰੀਏ ਆਪਾਂ ਸਾਈਡ 'ਤੇ ਸਟੈਟਿਕ ਵਾਲਾ ਪੋਰਸ਼ਨ। ਫਿਰ ਤੁਹਾਡੀਆਂ ਅਰਿਥਮੈਟਿਕ ਸਕਿੱਲਸ ਦੀਆਂ ਕਲਾਸਿਸ ਸਟਾਰਟ ਹੋਈਆਂ। ਰੀਜ਼ਨਿੰਗ ਦੀਆਂ ਕਲਾਸਿਸ ਤੁਹਾਡੀਆਂ ਕੰਪਲੀਟ ਹੋ ਚੁੱਕੀਆਂ 25 ਕਲਾਸਿਸ ਮਨੀਸ਼ ਸਰ ਨਾਲ ਤੁਸੀਂ ਆਲਰੇਡੀ ਅਟੈਂਡ ਕਰ ਚੁੱਕੇ ਹੋ। ਉਹ ਪਲੇਲਿਸਟ ਖਤਮ ਹੋਣ ਤੋਂ ਬਾਅਦ ਤੁਹਾਡੀ ਅਸੀਂ 2 ਪੈਰਲਲ ਪਲੇਲਿਸਟ ਸਟਾਰਟ ਕੀਤੀਆਂ ਅਰਿਥਮੈਟਿਕ ਸਕਿੱਲਸ ਜਿਸ 'ਤੇ ਬੇਸਿਕਲੀ ਮੈਂਸੂਰੇਸ਼ਨ ਕਰਵਾਈ ਜਾਊਗੀ ਏਰੀਆ ਐਂਡ ਵੋਲਿਊਮ ਕਰਵਾਇਆ ਜਾਊਗਾ। ਨਕੁਲ ਸਰ ਇਹ ਪਲੇਲਿਸਟ ਕਰ ਰਹੇ ਆ। ਇਹ ਤੁਹਾਨੂੰ 3 days a week ਪ੍ਰੋਵਾਈਡ ਕੀਤੀ ਜਾਊਗੀ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਐਂਡ ਫਰਾਈਡੇ ਸੇਮ ਟਾਈਮ 'ਤੇ ਸੇਮ ਪਲੇਲਿਸਟ 'ਚ ਇੰਗਲਿਸ਼ ਦੀਆਂ ਕਲਾਸਿਸ ਆਉਣਗੀਆਂ। ਟੋਟਲ 15 ਕਲਾਸਿਸ ਹੈ ਇੰਗਲਿਸ਼ ਦੀਆਂ। ਤਾਂ ਥਰਸਡੇ ਫਰਾਈਡੇ ਇੰਗਲਿਸ਼ ਕਲਾਸਿਸ ਪ੍ਰੋਵਾਈਡ ਕੀਤੀਆਂ ਜਾਣਗੀਆਂ। ਤਾਂ ਇੱਕ ਪਲੇਲਿਸਟ ਤੁਹਾਡੀ ਜਿਹੜੀ 2 ਵਜੇ ਤੁਹਾਡੀਆਂ ਕਲਾਸਿਸ ਅਪਲੋਡ ਕੀਤੀਆਂ ਜਾਣਗੀਆਂ ਇਹ ਹੋ ਗਈਆਂ ਅਰਿਥਮੈਟਿਕ ਸਕਿੱਲਸ ਜਿਸ 'ਤੇ ਮੈਂਸੂਰੇਸ਼ਨ ਕਰ ਰਹੇ ਹਾਂ ਪਲੱਸ ਇੰਗਲਿਸ਼। ਅਰਿਥਮੈਟਿਕ ਸਕਿੱਲਸ ਵਾਲੀ ਅਰਾਊਂਡ 20 ਜਨਵਰੀ ਨੂੰ ਖਤਮ ਹੋ ਜੂਗੀ ਐਂਡ ਇਸੇ ਹੀ ਟਾਈਮ ਫਰੇਮ 'ਚ 17 ਦਸੰਬਰ ਤੋਂ ਸਟਾਰਟ ਕਰਦੇ ਹੋਏ ਕੋਈ ਥੋੜੀ ਜਿਹੀ ਲੰਬੀ ਚੱਲੂਗੀ ਇੰਗਲਿਸ਼ ਦੀ ਪਲੇਲਿਸਟ। ਨੰਬਰ ਆਫ ਕਲਾਸਿਸ ਜ਼ਿਆਦਾ ਹੈ ਕਿਉਂਕਿ ਇਹ 2 ਕਲਾਸਿਸ ਆ ਵੀਕ ਹੈ। ਇੱਥੇ 3 ਕਲਾਸਿਸ ਆ ਵੀਕ ਹੈ ਇੱਥੇ 2 ਕਲਾਸਿਸ ਆ ਵੀਕ ਹੈ। ਸਟਾਰਟ ਦੋਨੋਂ ਸਾਈਮਲਟੇਨੀਅਸਲੀ ਹੋਈਆਂ। ਇੰਗਲਿਸ਼ ਵਾਲੀ ਪਲੇਲਿਸਟ ਥੋੜੀ ਜਿਹੀ ਲੰਬੀ ਚੱਲੂਗੀ। ਤਾਂ 5 ਫੈਬਰਰੀ ਤੱਕ ਤੁਹਾਡੀਆਂ ਇੰਗਲਿਸ਼ ਦੀਆਂ ਕਲਾਸਿਸ ਵੀ ਪੂਰੀਆਂ ਹੋ ਗਈਆਂ। ਤਾਂ ਹੁਣ ਤੁਹਾਡੇ ਸਿਲੇਬਸ 'ਚ ਇੱਥੋਂ ਤੱਕ ਜੇ ਮੈਂ ਗੱਲ ਕਰਾਂ ਸਲੋਟ 3 2 PM ਵਾਲੀ ਪਲੇਲਿਸਟ ਤੱਕ ਜੇ ਮੈਂ ਗੱਲ ਕਰਾਂ ਤੁਹਾਡੀ GK ਸਾਰੀ ਕੰਪਲੀਟ ਹੋ ਗਈ ਹੈ। ਰੀਜ਼ਨਿੰਗ ਤੁਹਾਡੀ ਕੰਪਲੀਟ ਹੋ ਗਈ ਹੈ। ਅਰਿਥਮੈਟਿਕ ਸਕਿੱਲਸ ਮੈਂਸੂਰੇਸ਼ਨ ਜੋ ਕਿ ਬਹੁਤ ਇੰਪੋਰਟੈਂਟ ਪੋਰਸ਼ਨ ਹੈ ਤੁਹਾਡੇ ਪਟਵਾਰੀ ਦੇ ਪੇਪਰ ਦਾ ਸਪੈਸ਼ਲੀ ASP ਵਾਲੇ ਬੱਚਿਆਂ ਨੂੰ ਇਹ ਕਰਨ ਦੀ ਅਰਿਥਮੈਟਿਕ ਸਕਿੱਲਸ 'ਤੇ ਇੰਨੀ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ। ਉਹਨਾਂ ਲਈ ਕੀ ਸਟ੍ਰੈਟਜੀ ਮੈਂ ਹੁਣੇ ਡਿਸਕਸ ਕਰ ਰਿਹਾ। ਪਟਵਾਰੀ ਦੇ ਪੇਪਰ 'ਚ ਅਰਿਥਮੈਟਿਕ ਸਕਿੱਲਸ ਮੈਂਸੂਰੇਸ਼ਨ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਤੁਹਾਡਾ ਉਹ ਕੰਪਲੀਟ ਹੋ ਗਿਆ ਪਲੱਸ ਤੁਹਾਡਾ ਇੰਗਲਿਸ਼ ਵਾਲਾ ਜਿਹੜਾ ਪਲੇਲਿਸਟ ਹੈ ਉਹ ਕੰਪਲੀਟ ਹੋ ਗਈ ਬਾਏ 5 ਫੈਬਰਰੀ। ਨੈਕਸਟ ਮੈਂ ਡਿਸਕਸ਼ਨ ਕਰ ਰਿਹਾ ਅਗਲਾ ਸਲੋਟ ਹੈ 5 PM ਸਲੋਟ ਜਿਸ 'ਚ ਆਲਰੇਡੀ ਤੁਹਾਨੂੰ ਧਵਨ ਸਰ IT ਜਾਂ ਕੰਪਿਊਟਰਸ ਕਰਵਾ ਰਹੇ ਹੈ ਐਂਡ ਰਾਘਵ ਸਰ ਤੁਹਾਨੂੰ ਐਗਰੀਕਲਚਰ ਕਰਵਾ ਰਹੇ। ਸਟਾਰਟਿੰਗ ਤੋਂ ਹੀ ਇਹ ਕਲਾਸਿਸ ਚੱਲ ਰਹੀਆਂ ਬਾਏ 8 ਜਨਵਰੀ ਇਹ ਦੋਨੋਂ ਕਲਾਸਿਸ ਖਤਮ ਹੋ ਜਾਣਗੀਆਂ।
ਹੁਣ ਇਸ ਕੰਟੈਕਸਟ 'ਚ ਇੰਪੋਰਟੈਂਟ ਕੀ ਹੈ, ਇੱਥੇ ਥੋੜੀ ਜੀ ਕਨਫਿਊਜ਼ਨ ਰਹਿੰਦੀ ਹੈ ਪਟਵਾਰੀ ਐਂਡ ASP ਦੇ ਬੱਚਿਆਂ ਦੇ ਕੰਟੈਕਸਟ 'ਚ ਕਿ ਦੋਨਾਂ ਦਾ ਬਿਲਕੁਲ ਸੇਮ ਸਿਲੇਬਸ ਹੈ। ਕੰਪਿਊਟਰ ਦੇ ਕੇਸ 'ਚ ਇੱਦਾਂ ਨਹੀਂ ਹੈ। ਪਟਵਾਰੀ ਐਗਜ਼ਾਮ ਲਈ ਕੰਪਿਊਟਰ ਐਂਡ IT ਦਾ ਸਿਲੇਬਸ ਥੋੜਾ ਜਿਹਾ ਐਕਸਟੈਂਸਿਵ ਹੈ। ਔਨ ਦੀ ਅਦਰ ਹੈਂਡ ASP ਵਾਲੇ ਪੇਪਰ ਲਈ ਕੰਪਿਊਟਰ ਦਾ ਸਿਲੇਬਸ ਉਹਨਾਂ ਨੇ ਥੋੜਾ ਜਿਹਾ ਬੇਸਿਕ ਦਿੱਤਾ ਹੋਇਆ ਹੈ, ਲਾਅ ਵਾਲੇ ਐਸਪੈਕਟ ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਹੈ। ਤਾਂ ਇਹ ਜਿਹੜੀ ਪਲੇਲਿਸਟ ਹੈ, ਪਲੇਲਿਸਟ ਸੇਮ ਹੀ ਹੋਊਗੀ। ਉਸ 'ਤੇ ਨਾ ਅਸੀਂ ਥੰਬਨੇਲ 'ਤੇ ਮੈਂਸ਼ਨ ਕਰ ਦਾਂਗੇ ਕਿ ਇਹ ਓਨਲੀ ਫॉर ASP ਐਗਜ਼ਾਮ ਹੈ, ਓਨਲੀ ਫॉर ਪਟਵਾਰੀ ਐਗਜ਼ਾਮ ਹੈ। ਹੁਣ ਵਾਲੇ ਜਿਹੜੇ ਥੰਬਨੇਲਸ ਹੈ ਉਹਨਾਂ 'ਚ ਇਹ ਡਿਸਟਿੰਕਸ਼ਨ ਨਹੀਂ ਹੈਗੀ, ਬਟ ਅੱਗੇ ਤੋਂ ਲਾਈਕ ਅਸੀਂ ਇਸ ਪ੍ਰੋਸੈਸ 'ਚ ਹੀ ਹੈ, ਤੁਹਾਨੂੰ ਥੰਬਨੇਲ ਤੋਂ ਪਤਾ ਚੱਲ ਜੂਗਾ ਵੀ ਇਹ ਵਾਲੀ ਵੀਡੀਓ ASP, ਜੇ ਮੈਂ ਸਿਰਫ ASP ਦੀ ਤਿਆਰੀ ਕਰਦਾ ਪਿਆ, ਮੈਂ ਨਹੀਂ ਪਟਵਾਰੀ ਦਾ ਪੇਪਰ ਦੇਣਾ, ਕਿ ਮੈਂ ਆਹ ਵਾਲੀ ਵੀਡੀਓ ਦੇਖਣੀ ਹੈ ਕਿ ਨਹੀਂ ਦੇਖਣੀ ਹੈ, ਤੁਹਾਨੂੰ ਥੰਬਨੇਲ ਤੋਂ ਪਤਾ ਚੱਲ ਜੂਗਾ। ਮੈਂ ਤਾਂ ਜੀ ਸਿਰਫ ਪਟਵਾਰੀ ਦਾ ਪੇਪਰ ਦੇਣਾ, ਮੈਂ ਨਹੀਂ ASP ਦਾ ਪੇਪਰ ਦੇਣਾ। ਮੈਂ ਆਹ ਵੀਡੀਓ ਦੇਖਾਂ ਕਿ ਨਾ ਦੇਖਾਂ, ਤੁਹਾਨੂੰ ਥੰਬਨੇਲ ਤੋਂ ਪਤਾ ਚੱਲ ਜੂਗਾ। ਹੁਣ GK 'ਚ ਇਹ ਕੋਈ ਡਿਸਟਿੰਕਸ਼ਨ ਨਹੀਂ ਹੈਗੀ। ਜਿਹੜੀ ਪੋਲਿਟੀ ਹੈ ਉਹ ਤਾਂ ਲਾਈਕ ਨਾਇਬ ਤਹਿਸੀਲਦਾਰ 'ਚ ਵੀ ਆਣੀ ਹੈ, PCS 'ਚ ਵੀ ਆਣੀ ਹੈ, ਉਹ ਪਟਵਾਰੀ 'ਚ ਵੀ ਆਣੀ ਹੈ, ਉਹ ASP 'ਚ ਵੀ ਜਾਣੀ ਹੈ, ਉਸ 'ਚ ਕੋਈ ਡਿਸਟਿੰਕਸ਼ਨ ਨਹੀਂ ਹੈਗੀ। ਪਰ ਜੇ ਕੋਈ ਸਪੈਸ਼ਲ ਵੀਡੀਓ ਆ ਰਹੀ ਹੈ, ਸਪੈਸ਼ਲ ਲੈਕਚਰਸ ਆ ਰਹੇ ਹੈ, ਇਹ ਤਾਂ ਜੀ ਸਿਰਫ ਡੈਡੀਕੇਟਡ ਫॉर ASP ਹੈ। ਜਿਵੇਂ ਕਿ ਹੁਣ ASP ਦੇ ਪੇਪਰ 'ਚ ਇਸੇ ਤਰ੍ਹਾਂ ਮੈਂ ਪੋਲਿਟੀ ਦੀ ਗੱਲ ਕਰ ਰਿਹਾ ਸੀਗਾ, ਹਿਊਮਨ ਰਾਈਟਸ, ਨੈਚੁਰਲ ਜਸਟਿਸ, ਇਹ ਕੁਛ ਸਪੈਸ਼ਲ ਟੌਪਿਕਸ ਹੈ ਪੋਲਿਟੀ ਦੇ ਜਿਹੜੇ ASP ਦੇ ਪੇਪਰ ਦੇ ਸਿਲੇਬਸ 'ਚ ਮੈਂਸ਼ਨਡ ਹੈ। ਉਹਨਾਂ ਦੀਆਂ ਸੈਪਰੇਟ ਵੀਡੀਓਜ਼ ਬਣਨਗੀਆਂ, ਉਹਨਾਂ ਦੇ ਥੰਬਨੇਲ 'ਤੇ ਲਿਖਿਆ ਹੋਊਗਾ ਵੀ ਇਹ ASP ਦੇ ਪੇਪਰ ਦੀਆਂ ਵੀਡੀਓਜ਼ ਹੈ। ਇਸੇ ਤਰ੍ਹਾਂ ਜਿਵੇਂ ਸਾਈਬਰ ਲਾਜ਼ ਹੈ ਤਾਂ ਕੰਪਿਊਟਰ ਦਾ ਟੌਪਿਕ, ਬਟ ਇਹ ਪਟਵਾਰੀ ਵਾਲੇ ਐਗਜ਼ਾਮ ਲਈ ਜ਼ਰੂਰੀ ਨਹੀਂ ਹੈ। ਇਹ ASP ਵਾਲੇ ਐਗਜ਼ਾਮ 'ਚ ਸਪੈਸ਼ਲੀ ਉਹਨਾਂ ਨੇ ਮੈਂਸ਼ਨਡ ਹੈ ਕਿ ਸਾਈਬਰ ਲਾਜ਼ 'ਤੇ ਵੀ ਅਸੀਂ ਕੁਐਸਚਨ ਪੁੱਛਾਂਗੇ। ਉਹ ਥੰਬਨੇਲ ਤੋਂ ਤੁਹਾਨੂੰ ਪਤਾ ਚੱਲ ਜੂਗਾ ਵੀ ASP ਵਾਲੀ ਹੈਗੀ ਹੈ ਕਿ ਕਿਹਦੀ ਹੈ। ਤਾਂ ਉਹ 1-2 ਦਿਨ 'ਚ ਥੰਬਨੇਲਸ ਵਗੈਰਾ ਅਪਡੇਟ ਹੋ ਜਾਣਗੇ। ਬਾਕੀ ਜੇ ਤੁਸੀਂ ਇਨ ਜਨਰਲ ਤਿਆਰੀ ਕਰ ਰਹੇ ਹੋ, ਪੰਜਾਬ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ, ਆਹ ਪੇਪਰ ਵੀ ਦੇਣਾ, ਮੈਂ ਉਹ ਪੇਪਰ ਵੀ ਦੇਣਾ, ਮੈਂ ਤਹਿਸੀਲਦਾਰ ਦਾ ਵੀ ਭਰਿਆ ਹੋਇਆ, ਫਿਰ ਤਾਂ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਹੈਗੀ। ਫਿਰ ਤਾਂ ਤੁਸੀਂ ਸਾਰੀਆਂ ਵੀਡੀਓਜ਼ ਦੇਖਣੀਆਂ, ਅੱਖਾਂ ਬੰਦ ਕਰਕੇ ਦੇਖ ਲਓ, ਤੁਹਾਡੇ ਇਨ ਜਨਰਲ ਇੱਕ ਜਨਰਲ ਜੀ ਤਿਆਰੀ ਹੋ ਜੂਗੀ। ਪੰਜਾਬ ਸਰਕਾਰ ਕੋਈ ਮਰਜ਼ੀ ਪੇਪਰ ਕੱਢੇ, ਤੁਸੀਂ ਉਸ ਪੇਪਰ 'ਚ ਜਾ ਕੇ ਬੈਠ ਸਕਦੇ ਹੋ। ਤਾਂ ਆਈ ਗੈਸ ਆ ਕੰਪਿਊਟਰਸ ਐਂਡ IT ਵਾਲੀ ਜਿਹੜੀ ਕਨਫਿਊਜ਼ਨ ਹੈ, ਬੱਚੇ ਲਿਖ ਰਹੇ ਹੈ, ਸਾਨੂੰ ਮੈਸੇਜ ਭੇਜ ਰਹੇ ਹੈ, ਉਹ ਮੈਂ ਸਫੀਸ਼ੈਂਟਲੀ ਐਡਰੈਸ ਕਰਤੀ ਹੈ। ਐਗਰੀਕਲਚਰ ਰਾਘਵ ਸਰ ਨਾਲ ਤੁਸੀਂ ਕਰ ਰਹੇ ਹੋ, ਇਹਦੀਆਂ ਕਲਾਸਿਸ ਅਰਾਊਂਡ 8 ਜਨਵਰੀ ਤੱਕ ਚੱਲਣਗੀਆਂ। ਸਰ ਦਾ ਕੋਰਸ ਤਾਂ ਜਲਦੀ ਖਤਮ ਹੋ ਜਾਊਗਾ, ਦੈਨ ਸਰ ਕੁਝ MCQs ਤੁਹਾਡੇ ਨਾਲ ਕਰਨਗੇ। ਰਾਘਵ ਸਰ ਹੀ ਤੁਹਾਨੂੰ ਰੈਵਨਿਊ ਐਕਟ ਵੀ ਕਰਵਾਉਣਗੇ, ਜਿਹੜਾ ਕਿ ਨਾਇਬ ਤਹਿਸੀਲਦਾਰ ਦੇ ਪੇਪਰ 'ਚ ਤੁਹਾਨੂੰ ਕੰਮ ਆਊਗਾ। ਉਹਦੀਆਂ ਕਲਾਸਿਸ ਇੱਥੇ ਵੀ ਅਵੇਲੇਬਲ ਹੋਣਗੀਆਂ। ਹਾਂ ਬਈ, ਜਿਨ੍ਹਾਂ ਨੇ ਪਟਵਾਰੀ ਵਾਲਾ ਕੋਰਸ ਜਾਂ ਅੰਬਰੇਲਾ ਕੋਰਸ ASP ਵਾਲਾ ਲਿੱਤਾ ਹੋਇਆ, ਉਹਨਾਂ ਨੇ ਨਾਇਬ ਤਹਿਸੀਲਦਾਰ ਕੋਰਸ ਲਈ ਅਲੱਗ ਤੋਂ ਰਜਿਸਟਰ ਨਹੀਂ ਕਰਨਾ। ਜੇ ਕੋਈ, ਹੁਣ ਜਿਵੇਂ ਮੈਂ ਹੁਣੇ ਗੱਲ ਕੀਤੀ, ਜੇ ਕੋਈ ਕਾਮਨ ਵੀਡੀਓ ਹੈ ਬੱਚੇ, ਤੁਸੀਂ ਆਲਰੇਡੀ ਚੇਤਨ ਸਰ ਦੀ ਪੋਲਿਟੀ ਲਾ ਲਈ ਹੈ, ਹੁਣ ਉਸ ਕੋਰਸ 'ਚ ਕੀ ਵੱਖਰੀ ਪੋਲਿਟੀ ਕਰਵਾਉਣਗੇ ਚੇਤਨ ਸਰ? ਸੇਮ ਹੀ ਪੋਲਿਟੀ ਹੈ। ਜੇ ਤੁਸੀਂ ਆਲਰੇਡੀ ਲੈਟਸ ਸੇ ਮਨੀਸ਼ ਸਰ ਦੀਆਂ ਰੀਜ਼ਨਿੰਗ ਵਾਲੀਆਂ ਕਲਾਸਿਸ ਲਾ ਰਹੀ ਹੈ, ਤੁਹਾਡੀ ਤਿਆਰੀ ਹੋ ਗਈ ਹੈ, ਯੂ ਆਰ ਵੈਲ ਪ੍ਰੀਪੇਅਰਡ ਫॉर ਨਾਇਬ ਤਹਿਸੀਲਦਾਰ ਐਜ਼ ਵੈਲ। ਸਵਾਲ ਉੱਠਦਾ ਹੈ ਕਿ ਜੇ ਕੋਈ ਨਾਇਬ ਤਹਿਸੀਲਦਾਰ ਦੀ ਸਪੈਸੀਫਿਕ ਅਲੱਗ ਤੋਂ ਵੀਡੀਓ ਹੋਈ, ਕੀ ਪ੍ਰੋਵਾਈਡ ਕੀਤੀ ਜਾਊਗੀ? ਬਿਲਕੁਲ ਤੁਹਾਨੂੰ ਵੀ ਪ੍ਰੋਵਾਈਡ ਕੀਤੀ ਜਾਊਗੀ। ਇਸ ਅੰਬਰੇਲਾ ਕੋਰਸ 'ਚ ਜੇ ਕੋਈ ਇੰਡੀਵਿਜੂਅਲ ਕੋਰਸਿਸ ਦੀ ਸੈਪਰੇਟ ਕੋਈ ਵੀਡੀਓ ਬਣ ਰਹੀ ਹੈ, ਉਹ ਵੀਡੀਓ ਵੀ ਇਸ ਪਲੇਲਿਸਟ 'ਚ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ। ਤੁਸੀਂ ਉਹ ਵੀਡੀਓ ਨੂੰ ਦੇਖ ਸਕਦੇ ਹੋ। ਤੁਸੀਂ ਨਾਇਬ ਤਹਿਸੀਲਦਾਰ ਕੋਰਸ ਲਈ ਕੋਈ ਐਕਸਟਰਾ ਐਨਰੋਲਮੈਂਟ ਨਹੀਂ ਕਰਨੀ। ਪਰ ਇਹਦਾ ਇਹ ਵੀ ਮਤਲਬ ਹੈ ਕਿ ਕੋਈ ਸੈਪਰੇਟ ਐਸ ਸੱਚ ਰੀਜ਼ਨਿੰਗ ਫॉर ਨਾਇਬ ਤਹਿਸੀਲਦਾਰ ਕੋਈ ਪਲੇਲਿਸਟ ਨਹੀਂ ਹੈਗੀ। ਆਹੀ ਰੀਜ਼ਨਿੰਗ ਹੈ ਜਿਹੜੀ ਮਨੀਸ਼ ਸਰ ਨੇ ਤੁਹਾਨੂੰ ਕਰਾਈ ਹੈ, ਉਹੀ ਡਾਇਰੈਕਸ਼ਨਸ ਹੈ, ਉਹੀ ਬਲੱਡ ਰਿਲੇਸ਼ਨਸ ਹੈ, ਉਹੀ ਕੁਐਸਚਨਸ ਹੈ, ਉਹਨਾਂ ਦੀ ਤੁਸੀਂ ਪ੍ਰੈਕਟਿਸ ਕਰਨੀ ਹੈ, ਉਹਨਾਂ ਦੇ ਬੇਸਿਸ 'ਤੇ ਤੁਹਾਨੂੰ ਐਗਜ਼ਾਮ 'ਚ ਕੁਐਸਚਨ ਆਊਗਾ, ਉਹੀ ਸੋਲਵ ਕਰਕੇ ਤੁਸੀਂ ਨੌਕਰੀਆਂ 'ਤੇ ਲੱਗਣਾ। ਠੀਕ ਹੈ ਬੱਚੇ? ਤਾਂ ਜਿਹੜੀ ਤੁਸੀਂ GK ਆਲਰੇਡੀ ਕਰ ਰਹੇ ਹੋ ਇਸ ਕੋਰਸ 'ਚ, ਉਹ ਤੁਹਾਨੂੰ ਨਾਇਬ ਤਹਿਸੀਲਦਾਰ 'ਚ ਵੀ ਹੈਲਪ ਕਰੂਗੀ। ਜਿਹੜੀ ਤੁਸੀਂ ਰੀਜ਼ਨਿੰਗ ਆਲਰੇਡੀ ਕਰ ਰਹੇ ਹੋ ਇਸ ਕੋਰਸ 'ਚ, ਉਹ ਤੁਹਾਨੂੰ ਨਾਇਬ ਤਹਿਸੀਲਦਾਰ 'ਚ ਵੀ ਹੈਲਪ ਕਰੂਗੀ। ਉਹਦੀ ਕੋਈ ਸੈਪਰੇਟ ਪਲੇਲਿਸਟ ਨਹੀਂ ਹੈ, ਤੁਹਾਨੂੰ ਕੋਈ ਸੈਪਰੇਟ ਕਲਾਸਿਸ ਜਾਂ ਕੁਝ ਕੰਟੈਂਟ ਕਵਰ ਕਰਨ ਦੀ ਲੋੜ ਹੀ ਨਹੀਂ ਹੈਗੀ। ਜੇ ਨਾਇਬ ਤਹਿਸੀਲਦਾਰ ਦੀ ਕੋਈ ਸੈਪਰੇਟ ਵੀਡੀਓ ਹੋਊਗੀ, ਉਹ ਇਸ ਕੋਰਸ 'ਚ ਵੀ, ਅਸੀਂ ਤੁਹਾਡੇ ਪਟਵਾਰੀ ਵਾਲੇ ਕੋਰਸ 'ਚ ਵੀ ਇੱਕ ਨਿਊ ਪਲੇਲਿਸਟ ਕ੍ਰੀਏਟ ਕਰਕੇ ਅਸੀਂ ਸਟਾਰਟ ਕਰ ਦਾਂਗੇ। ਜਿਵੇਂ ਰੈਵਨਿਊ ਐਕਟ ਵਗੈਰਾ, ਉਹ ਤੁਹਾਨੂੰ ਕਲਾਸਿਸ ਤੁਹਾਡੀ ਹੀ ਪਲੇਲਿਸਟ 'ਚ ਇੱਥੇ ਪਟਵਾਰੀ ਵਾਲੇ ਕੋਰਸ 'ਚ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ।
ਦੈਨ ਕੰਪਿਊਟਰਸ ਐਂਡ ਐਗਰੀਕਲਚਰ ਖਤਮ ਹੋਣ ਤੋਂ ਬਾਅਦ ਅਗੇਨ ਜਿਹੜਾ ਪਟਵਾਰੀ ਵਾਲੇ ਐਗਜ਼ਾਮ ਦਾ ਇੱਕ ਮੇਨ ਕੰਪੋਨੈਂਟ ਹੈ ਅਕਾਊਂਟਸ, ਉਹਦੀਆਂ ਕਲਾਸਿਸ ਸਟਾਰਟ ਹੋਣਗੀਆਂ। ਅਰਾਊਂਡ 10 ਕਲਾਸਿਸ ਲੱਗਣਗੀਆਂ 11th of January to 22nd of January। ਇਹ ਤੁਹਾਡਾ ਪੋਰਸ਼ਨ ਕੰਪਲੀਟ ਕੀਤਾ ਜਾਊਗਾ। ਇਹ ASP ਲਈ ਅਕਾਊਂਟਸ ਨਹੀਂ ਜ਼ਰੂਰੀ ਹੈ, ਪਟਵਾਰੀ ਐਗਜ਼ਾਮ ਲਈ ਅਕਾਊਂਟਸ ਜ਼ਰੂਰੀ ਹੈ। ਠੀਕ ਹੈ ਜੀ। ਨੈਕਸਟ ਹੁਣ ਤੁਹਾਡੀ ਪਲੇਲਿਸਟ ਆਉਂਦੀ ਹੈ ਇੱਕ ਕਰੰਟ ਅਫੇਅਰਸ ਇਨ 40 ਡੇਜ਼, ਜਿਹੜੀ ਚੇਤਨ ਸਰ ਨੇ ਤੁਹਾਡੇ ਨਾਲ ਕਰੰਟ ਅਫੇਅਰਸ ਡਿਸਕਸ ਕਰਨੇ ਆ। ਮੈਂ ਆਲਰੇਡੀ ਇਹਦਾ ਮੈਂਸ਼ਨ ਕਰ ਚੁੱਕੇ ਹਾਂ, ਪਿਛਲੇ 2 ਸਾਲ ਦੇ ਕਰੰਟ ਅਫੇਅਰਸ ਇਹ YouTube ਤੇ ਅਸੀਂ ਅਪਲੋਡ ਕਰ ਰਹੇ ਹਾਂ। ਇਹ ਤੁਹਾਨੂੰ PCS ਐਗਜ਼ਾਮ ਲਈ ਹੈਲਪ ਕਰੂਗੀ, ਇਹ ਤੁਹਾਨੂੰ ਨੈਬ ਤਹਿਸੀਲਦਾਰ ਐਗਜ਼ਾਮ ਲਈ, ਪਟਵਾਰੀ ਐਗਜ਼ਾਮ ਲਈ, ASP ਐਗਜ਼ਾਮ ਲਈ, ਹਰ ਪੰਜਾਬ ਸਰਕਾਰ ਦੇ ਐਗਜ਼ਾਮ ਲਈ ਤੁਹਾਨੂੰ ਹੈਲਪ ਕਰੂਗੀ। ਇਸੇ ਲਈ ਅਸੀਂ ਇਹ ਪਲੇਲਿਸਟ ਪਾਈ YouTube ਤੇ ਰਹੇ ਹਾਂ ਕਿ YouTube ਤੇ ਇਨ ਜਨਰਲ ਕੋਈ ਵੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਤੁਸੀਂ ਐਕਸੈਸ ਕਰ ਸਕਦੇ ਹੋ ਇਸ ਪਲੇਲਿਸਟ ਨੂੰ। ਐਪ ਤੇ ਵੀ ਆਫ ਕੋਰਸ ਅਵੇਲੇਬਲ ਹੋਊਗੀ। ਨੋਟਸ ਵਗੈਰਾ ਚਾਹੀਦੇ ਆ ਤੁਹਾਨੂੰ ਐਪ ਤੋਂ ਹੀ ਮਿਲਣਗੇ। ਤਾਂ 22 ਦਸੰਬਰ ਤੋਂ ਲੈ ਕੇ 12 ਫਰਵਰੀ 40 ਡੇਜ਼ 'ਚ ਇਹ ਕਰੰਟ ਅਫੇਅਰਸ ਕੰਪਲੀਟ ਕਰਵਾਏ ਜਾਣਗੇ। ਆਲਰੇਡੀ ਮੈਂ ਇਹਨਾਂ 2 ਪਲੇਲਿਸਟ ਦੀ ਗੱਲ ਕੀਤੀ, ਪੰਜਾਬ ਥਰੂ MCQs ਜਿਹੜੀ ਮੈਂ ਤੁਹਾਡੇ ਨਾਲ ਕਵਰ ਕਰੂੰਗਾ ਐਂਡ ਪੰਜਾਬੀ ਦੀ ਪਲੇਲਿਸਟ ਜਿਹੜੀ ਨਵਰੀਤ ਮੈਮ ਤੁਹਾਡੇ ਨਾਲ ਕਵਰ ਕਰਨਗੇ। 25 ਕਲਾਸਿਸ ਪੰਜਾਬ MCQs ਦੀਆਂ, 15 ਕਲਾਸਿਸ ਪੰਜਾਬੀ ਦੀਆਂ। ਤਾਂ ਇਹਦੇ ਨਾਲ ਤੁਹਾਡਾ ਸਿਲੇਬਸ ਪੂਰਾ ਹੁੰਦਾ ਹੈ ਕੰਪਲੀਟ। ਇੱਕ ਚੀਜ਼ ਰਹਿ ਗਈ, ਉਹ ਹੈ ਕੁਆਂਟੀਟੇਟਿਵ ਐਬਿਲਿਟੀ ਮੈਥਮੈਟਿਕਸ ਫॉर ASP ਐਗਜ਼ਾਮ। ਹੁਣ ASP ਦਾ ਜਿਹੜਾ ਐਗਜ਼ਾਮ ਹੈ ਟੈਂਟੇਟਿਵ ਡੇਟ ਉਹਦੀ ਹੈਗੀ ਹੈ ਮਿਡ ਜਨਵਰੀ ਟੂ ਜਨਵਰੀ ਐਂਡ। ਬਹੁਤ ਘੱਟ ਟਾਈਮ ਅਵੇਲੇਬਲ ਹੈ। ਇੰਨੇ ਘੱਟ ਟਾਈਮ 'ਚ ਨਿਊ ਕਲਾਸਿਸ 'ਚ ਜਲਦੀ ਸਾਰਾ ਸਿਲੇਬਸ ਸਕੁਈਜ਼ ਇਨ ਕਰਨਾ ਮੇਰੇ ਹਿਸਾਬ ਨਾਲ ਜਸਟਿਸ ਨਹੀਂ ਕਰਦਾ ਸਿਲੇਬਸ ਕੰਪਲੀਸ਼ਨ ਦੇ ਪੁਆਇੰਟ ਆਫ ਵਿਊ ਤੋਂ, ਬੱਚਿਆਂ ਦੇ ਪੁਆਇੰਟ ਆਫ ਵਿਊ ਤੋਂ। ਕਲਾਸਿਸ ਸਟਾਰਟ ਕਰਕੇ ਸਿਲੇਬਸ ਖਤਮ ਨਾ ਹੋਵੇ ਜਾਂ ਐਵੇਂ ਬਸ ਟੱਚ ਕੀਤਾ ਤੇ ਅੱਗੇ ਚਲੇ ਗਏ, ਟੱਚ ਕੀਤਾ ਤੇ ਅੱਗੇ ਚਲੇ ਗਏ, ਟੌਪਿਕ ਸਮਝ ਨਹੀਂ ਆਇਆ, ਮਤਲਬ ਸਵਾਦ ਨਹੀਂ ਆਉਂਦਾ ਉਹਦੇ ਨਾਲ, ਪੜ੍ਹਾਈ ਦਾ ਹੀ ਮਜ਼ਾ ਨਹੀਂ ਆਉਂਦਾ, ਚੀਜ਼ਾਂ ਸਮਝ ਆਪਾਂ ਪਰਸਪੈਕਟਿਵ 'ਚ ਨਹੀਂ ਰੱਖ ਪਾਉਂਦੇ। ਉਹਦੇ ਲਈ ਅਸੀਂ ਕੀ ਕਰ ਰਹੇ ਹਾਂ, ਤੁਹਾਡੇ ਕੋਲ 2 ਆਪਸ਼ਨਸ ਹੈ। ਇਹ ਆਪਸ਼ਨ ਮੈਂ ਤੁਹਾਨੂੰ ਦੇ ਰਿਹਾ ਹੁਣ। ਅਦਰਵਾਈਜ਼ ਨਕੁਲ ਸਰ ਕੁਆਂਟ ਵਾਲੀ ਪਲੇਲਿਸਟ ਦਾ ਸਟਾਰਟ ਕਰ ਹੀ ਰਹੇ ਹੈ, ਬਟ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਥਸ ਦਾ ਸਿਲੇਬਸ ਇੰਨਾ ਵਾਈਡ ਹੈ, टाइम एंड डिस्टेंस, रेशियो एंड प्रोपोर्शन, परसेंटेज, इंटरेस्ट, ये वो और लाइक सिंपलीफिकेशन, फैक्टर्स वगैरह और लाइक इन्ने सारे टॉपिक्स है। एंड मैथ्स थोड़ा जिहा प्रैक्टिस तो बाद ही आप कंफर्टेबल होईदा। इदा तो है नहीं गा कि अज मैनू करंट लेट्स से सिंपल इंटरेस्ट किसी ने दसता, कंपाउंड इंटरेस्ट किसी ने दसता एंड अज मैं उस माहिर हो गया, मुकम्मल हो गया। थोड़ा जिहा प्रैक्टिस भी डिमांड करता है, थोड़ा जिहा टाइम भी डिमांड करता है। तो जिहड़ा मैथ्स वाला पोर्शन है उहदे तुहाडे कोल है 2 ऑप्शनस। 40 डेज़ च या तो नकुल सर वाली क्लासेस तुसीं अटेंड कर सकते हो, बट वो क्लासेस खत्म होणगियां बाय 5th of February। ਤੁਹਾਡੀ एग्जाम डेट चों तो 5-10 दिन थोड़ा जिहा एक्सीड कर रहा है। तो या तो तुसीं ये मान सकते हो कि जिन्नियां कि 25 क्लासां 'च जिन्ना मेरा सिलेबस कवर हो गया उत्थों तक तुसीं कवर कर सकते हो, या उस तो एक बैटर ऑप्शन ये है कि ऑलरेडी मनीष सर ने कुछ क्लासेस एक मॉड्यूल तैयार किया सीगा क्वांटिटेटिव एबिलिटी का, मैथ्स एंड अरिथमैटिक स्किल्स का। वो मॉड्यूल असी तुहानूं प्रोवाइड कर देंगे सैपरेट एक होर प्लेलिस्ट बना के। तुसीं जे तुहानूं ठीक लगदा उस पूरा 100% कंप्लीट कोर्स है, पहले वाले चैप्टर तो लैके न्यूमैरिकल एबिलिटी तो लैके लास्ट चैप्टर तक सारा कंप्लीट कोर्स है, वो तुहानूं असी अवेलेबल करवा देंगे। ਉਹ ਤੁਹਾਡੇ ਵੈਲ ਬਿਫੋਰ ਯੋਰ ਐਗਜ਼ਾਮ ਉਹ ਪਲੇਲਿਸਟ ਖਤਮ ਵੀ ਹੋ ਜੂਗੀ, ਤੁਸੀਂ ਉਹ ਪਲੇਲਿਸਟ ਨੂੰ ਫੋਲੋ ਕਰ ਸਕਦੇ ਹੋ ਐਂਡ ਆਪਣਾ ASP ਦਾ ਐਗਜ਼ਾਮ ਦੇ ਸਕਦੇ ਹੋ। ਪੈਰਲਲੀ ਤੁਸੀਂ ਨਕੁਲ ਸਰ ਵਾਲੀਆਂ ਕਲਾਸਿਸ ਵੀ ਲਾਉਂਦੇ ਰਹੋ, ਇੱਕ ਆਪਣੀ ਐਡੀਸ਼ਨਲ ਪ੍ਰੈਕਟਿਸ ਹੀ ਹੈ। ਤਾਂ ਤੁਸੀਂ ਇਸ ਤਰ੍ਹਾਂ ਆਪਣਾ ਕੁਆਂਟ ਹੈਂਡਲ ਕਰ ਸਕਦੇ ਹੋ ਜਿਹੜੇ ਬੱਚਿਆਂ ਦਾ ASP ਦਾ ਐਗਜ਼ਾਮ ਹੈ। ਇਹ ਸਿਰਫ ਉਹਨਾਂ ਲਈ ਇਹ ਗੱਲ ਸੀਗੀ। ਬਾਕੀ ਜਿਨ੍ਹਾਂ ਦਾ PCS ਦਾ ਐਗਜ਼ਾਮ ਹੈ ਜਾਂ ਜਿਨ੍ਹਾਂ ਦਾ ਪਟਵਾਰੀ ਵਾਲਾ ਐਗਜ਼ਾਮ ਹੈ ਜਾਂ ਨੈਬ ਤਹਿਸੀਲਦਾਰ ਦਾ ਐਗਜ਼ਾਮ ਹੈ, ਉਹਨਾਂ ਨੇ ਤਾਂ ਨਕੁਲ ਸਰ ਵਾਲੀਆਂ ਕਲਾਸਿਸ ਲਾਉਣੀਆਂ बेझिझक, ठीक है। तो यह हो गया तुहाडा सारा सिलेबस, सारा शेड्यूल। जे तुहानूं होर भी इस दे रिलेटेड शेड्यूल दे रिलेटेड कोई डाउट्स है या तुसीं कोई सजैशनस देना चाहते हो तो इस वीडियो के कमेंट्स च तुसीं मैंशन कर सकते हो। असीं एप्रोप्रीएटली उन्हां सजैशनस नूं एडजस्ट करांगे, सजैशनस नूं एड्रैस करांगे एंड कोर्स नूं होर बैटर बनावांगे ताकि तुहाडीआं असीं जिन्नियां भी नीड्स है उन्हां नूं पूरा कर सकीए विद रिस्पैक्ट टू योर एग्जाम्स। सो दैट इज़ ऑल दैट आई वांटेड टू डिस्कस इन दिस वीडियो। आई होप दिस वीडियो वुड बी हैल्पफुल टू यू एंड ये जड़ा शेड्यूल है, टाइम टेबल है, ये इस वीडियो की तुसीं डिस्क्रिप्शन तो या फिर पिन कमेंट्स देख लेना, इसका लिंक दिता होगा, तुसीं डाउनलोड कर सकते हो। तो दैट्स ऑल, ये नाल ही मैं तुहानूं अलविदा कहूँगा। थैंक यू फ्रॉम माई साइड।